ਨਾਨਕ ਜਨ ਕੈ ਬਿਰਤ ਵਿਵੇਕੈ। ਪੰਜਵੇਂ ਬੰਦ ਦੇ ਅਖੀਰ ਦੇ ਬੋਲ। ਜਿਨ੍ਹਾਂ ਕੋਲ ਵਿਵੇਕ ਦੀ ਬਿਰਤੀ ਹੈ ਉਹਨਾਂ ਨੂੰ ਮਾਲਕ ਵਾਹਿਗੁਰੂ ਦਾ ਪਿਆਰ, ਉਹਦੀ ਯਾਦ ਜੀਵਨ 'ਚੋਂ ਕਦੇ ਵੀ ਵਿਸਰਦੀ ਨਹੀਂ ਹੈ। ਵਾਹਿਗੁਰੂ ਦੇ ਪਿਆਰ ਦੇ ਰੰਗ ਵਿੱਚ ਰੱਤੇ ਰਹੇ ਵਿਵੇਕ ਬਿਰਤੀ ਜਿਹੜੀ ਸਾਨੂੰ ਸਾਡੇ ਆਪੇ ਦੀ ਪਹਿਚਾਣ ਕਰਾਉਂਦੀ ਹੈ। ਸਕੂਲ ਕਾਲਜ ਮਾਂ ਪਿਓ ਕੋਲੋਂ ਮਿਲੀ ਹੋਈ ਮੱਤ ਸੰਸਾਰ ਦੀ ਪਹਿਚਾਣ ਕਰਾਉਂਦੀ ਹੈ। ਆਹ ਤੇਰਾ ਭਾਈ ਹੈ, ਆਹ ਤੇਰੀ ਭੈਣ ਹੈ, ਆਹ ਸਾਡਾ ਗਵਾਂਢੀ ਹੈ। ਸੰਸਾਰ ਦੀ ਪਹਿਚਾਣ ਹੋਈ ਹੈ ਪਰਿਵਾਰ 'ਚੋਂ ਮਿਲੀ ਮੱਤ ਵਿੱਚੋਂ, ਸਕੂਲ ਦੇ ਵਿੱਚੋਂ ਮਿਲੀ ਮੱਤ ਸੰਸਾਰ ਦੀ ਪਹਿਚਾਣ ਕਰਾਉਂਦੀ ਹੈ। ਗੁਰੂ ਕੋਲੋਂ ਜਿਹੜੀ ਵਿਵੇਕ ਮੱਤ ਮਿਲਦੀ ਹੈ ਆਪਣੇ ਆਪੇ ਦੀ ਪਹਿਚਾਣ ਹੁੰਦੀ ਹੈ। ਕਿਹੜਾ ਮੇਰੇ ਨਾਲ ਰਹਿਣ ਵਾਲਾ ਹੈ, ਕਿਹੜਾ ਬੇਗਾਨਾ ਹੈ, ਕਿਹੜਾ ਆਪਣਾ ਹੈ, ਕੀ ਸੱਚ ਹੈ, ਕੀ ਝੂਠ ਹੈ, ਕੀ ਨਿਤ ਹੈ, ਕੀ ਨਮਿਤ ਹੈ। ਇਹ ਹੈ ਬਿਰਤ ਵਿਵੇਕ ਹੈ। ਤੋ ਜਿਨ੍ਹਾਂ ਦੇ ਅੰਦਰ ਬਿਰਤ ਵਿਵੇਕ ਦੀ ਵਰਤਦੀ ਹੈ ਉਹ ਵਾਹਿਗੁਰੂ ਦੇ ਰੰਗ ਪਿਆਰ ਵਿੱਚ ਰੱਤੇ ਜਾਂਦੇ ਨੇ। ਹਰਿ ਕਾ ਨਾਮ ਜਨ ਕੋ ਮੁਕਤ ਜੁਗਤ। ਛੇਵਾਂ ਬੰਦ ਹੈ। ਵਾਹਿਗੁਰੂ ਅਕਾਲ ਪੁਰਖ ਦਾ ਨਾਮ ਮੁਕਤ ਹੈ, ਜੁਗਤ ਹੈ। ਸੰਸਾਰ ਵਿੱਚ ਰਹਿਣ ਦੀ ਉਹ ਜੁਗਤ ਹੈ ਜਿੱਥੇ ਇਹਦੇ 'ਚ ਰਹਿੰਦਿਆਂ ਹੀ ਮੁਕਤੀ ਦੀ ਪ੍ਰਾਪਤ ਹੁੰਦੀ ਹੈ। ਨਾਮ ਜੁਗਤੀ ਹੈ ਜਿਹਦੇ ਕਰਕੇ ਪਦਾਰਥਾਂ 'ਚੋਂ ਸੰਸਾਰ 'ਚੋਂ ਹੀ ਨਿਰਲੇਪਤਾ, ਮੁਕਤ ਦਾ ਅਰਥ ਹੁੰਦਾ ਹੈ ਨਿਰਲੇਪਤਾ। ਨਹੀਂ ਤੇ ਕਈ ਵਾਰ ਬੰਦਾ ਸਰੀਰ ਕਰਕੇ ਜੰਗਲ 'ਚ ਬਹਿ ਜਾਂਦਾ ਹੈ, ਮਨ ਫਿਰ ਘਰ 'ਚ ਹੀ ਤੁਰਿਆ ਫਿਰਦਾ। ਜੋਗੀਆਂ ਦੇ ਨਾਲ ਇੱਦਾਂ ਹੀ ਤੇ ਵਰਤਿਆ ਸੀ। ਮੁਕਤੀ ਚਾਹੁੰਦੇ ਸਨ ਪਰ ਜੁਗਤੀ ਨਹੀਂ ਸੀ। ਮੁਕਤੀ ਚਾਹੁੰਦੇ ਸਨ ਜੋਗੀ, ਤਾਂ ਹੀ ਉਹ ਘਰ-ਬਾਰ ਛੱਡ ਕੇ ਤੁਰੇ ਸਨ। ਸੰਨਿਆਸੀ ਮੁਕਤੀ ਚਾਹੁੰਦਾ ਸੀ ਪਰ ਜੁਗਤੀ ਨਹੀਂ ਸੀ। ਹੋਇਆ ਕਿ ਸਰੀਰ ਜੰਗਲ 'ਚ ਚਲਾ ਗਿਆ, ਮਨ ਘਰ 'ਚ ਹੀ ਰਹਿ ਗਿਆ। ਉਹ ਨਹੀਂ ਨਿਕਲੇ ਘਰ ਪਰਿਵਾਰ 'ਚੋਂ ਬਾਹਰ। ਤੋ ਜਿੱਥੇ ਜੁਗਤੀ ਨਹੀਂ ਹੁੰਦੀ ਬੰਦੇ ਕੋਲ, ਉਹ ਸਰੀਰ ਕਈ ਵਾਰ ਧਰਮ ਦਾ ਕਰਮ ਕਰ ਲੈਂਦਾ, ਮਨ ਆਪਣੇ ਉੱਥੇ ਹੀ ਉਸ ਮਾਇਆ ਦੇ ਮੰਡਲ 'ਚ ਰਹਿੰਦਾ ਹੈ। ਤੋ ਜਿੱਥੇ ਮਾਲਕ ਵਾਹਿਗੁਰੂ ਦਾ ਨਾਮ ਹੈ, ਉਹਦੀ ਸੱਤਾ, ਉਹਦੀ ਹੋਂਦ, ਰੱਬ ਦੇ ਪਿਆਰੇ ਵਾਸਤੇ ਇਹੋ ਹੀ ਜੁਗਤੀ ਹੈ ਜਿਹਦੇ ਵਿੱਚ ਘਰ ਪਰਿਵਾਰ 'ਚ ਰਹਿੰਦਿਆਂ ਹੀ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰਿ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਤ੍ਰਿਪਤੀ ਹੈ, ਨਾਮ ਵਾਲੇ ਦੇ ਕੋਲ ਤ੍ਰਿਪਤੀ ਹੈ, ਉਹਦੇ ਕੋਲ ਭੁਗਤ। ਭੁਗਤ ਦਾ ਅਰਥ ਹੈ ਭੋਗਣਾ। ਭੁਗਤ ਦਾ ਅਰਥ ਹੈ ਜਿਹਨੂੰ ਧਾਰਨ ਕਰਦੇ ਹਾਂ। ਮਾਲਕ ਦੇ ਪਿਆਰੇ ਨੇ ਨਾਮ ਨੂੰ ਭੁਗਤ ਬਣਾਇਆ ਜਿਹਦੇ ਵਿੱਚੋਂ ਬੜੀ ਵੱਡੀ ਤ੍ਰਿਪਤੀ। ਨਹੀਂ ਤੇ ਦੁਨੀਆ ਦਾ ਕੋਈ ਐਸਾ ਪਦਾਰਥ ਨਹੀਂ ਜਿਹੜਾ ਸਾਨੂੰ ਤ੍ਰਿਪਤੀ ਦੇ। ਕੋਈ ਐਸੀ ਚੀਜ਼ ਨਹੀਂ ਹੈ ਦੁਨੀਆ ਦੀ ਜਿਹੜੀ ਲੈ ਕੇ ਬੰਦਾ ਕਹੇ ਮੈਂ ਹੁਣ ਰੱਜ ਗਿਆ। ਕੋਈ ਐਸੀ ਰੋਟੀ ਨਹੀਂ ਹੈ ਜਿਹੜਾ ਖਾ ਕੇ ਬੰਦਾ ਕਹੇ ਮੈਨੂੰ ਦੁਬਾਰਾ ਲੋੜ ਨਹੀਂ ਹੁਣ ਖਾਣ ਦੀ। ਉਹ 2-4 ਘੰਟਿਆਂ ਬਾਅਦ ਫਿਰ ਬੰਦਾ ਰਸੋਈ ਵੱਲ ਝਾਕਦਾ ਹੈ। ਕੋਈ ਐਸਾ ਪਾਣੀ ਨਹੀਂ ਪੀ ਕੇ ਬੰਦਾ ਕਹੇ ਦੁਬਾਰਾ ਲੋੜ ਨਹੀਂ ਹੈ। ਮਾਲਕ ਵਾਹਿਗੁਰੂ ਦਾ ਨਾਮ ਸਤਿਗੁਰੂ ਕਹਿੰਦੇ ਐਸੀ ਭੁਗਤੀ ਜਿਹਨੂੰ ਭੋਗਿਆ ਉਹ ਪੂਰਨ ਤੌਰ 'ਤੇ ਤ੍ਰਿਪਤ ਹੋ ਗਏ। ਤਾਂ ਹੀ ਉਹਨਾਂ ਨੇ ਤਖਤਾਂ ਤਾਜਾਂ ਨੂੰ ਠੋਕਰ ਮਾਰੀ ਹੈ। ਮਜਬੂਰੀ ਥੋੜ੍ਹਾ ਸੀ ਕੋਈ ਉਹਨਾਂ ਦੀ, ਮਜਬੂਰੀ ਨਹੀਂ ਸੀ ਉਹਨਾਂ ਦਾ ਤਿਆਗ, ਕੋਈ ਮਜਬੂਰੀ ਨਹੀਂ ਸੀ। ਤਾਂ ਹੀ ਉਹਨਾਂ ਨੇ ਕਿਹਾ ਨਹੀਂ ਸਾਨੂੰ ਨਹੀਂ ਚਾਹੀਦਾ, ਸਾਡੇ ਕੋਲ ਦਾਤ ਹੈ ਰੱਬ ਦੀ ਬੜੀ ਵੱਡੀ। ਉਹ ਰੱਬ ਦੇ ਪਿਆਰੇ ਜਿਹੜੇ ਨਾਮ ਦੇ ਭੋਗ ਕਰਕੇ ਤ੍ਰਿਪਤ ਹੋ ਗਏ, ਉਹਨਾਂ ਨੇ ਕੋਈ ਇੱਛਾ ਜ਼ਾਹਰ ਨਹੀਂ ਕੀਤੀ ਉਸ ਤੋਂ ਬਿਨਾਂ, ਉਹਦੀ ਰਜਾ। ਨਹੀਂ ਤੇ ਕਿੱਡੇ ਵੱਡੇ ਆਫਰ ਭਗਤਾਂ ਗੁਰਸਿੱਖਾਂ ਨੂੰ ਆਏ ਨੇ। ਕਿੰਨੇ ਦਿਨ ਉਹ ਕੀਮਤੀ ਲਾਲ ਪੱਥਰ, ਕਿੰਨੇ ਮਹੀਨੇ ਪਿਆ ਰਿਹਾ। ਭਗਤ ਰਵਿਦਾਸ ਜੀ ਦਾ ਧਿਆਨ ਹੀ ਨਹੀਂ ਉੱਧਰ ਗਿਆ।
ਉਧਰ ਨਹੀਂ ਧਿਆਨ ਗਿਆ। ਕਿੰਨੇ ਸਮੇਂ ਬਾਅਦ ਉਹ ਸੱਜਣ ਆਇਆ, ਉਸ ਲਾਲ ਪੱਥਰ ਬਾਰੇ ਪੁੱਛਦਾ ਹੈ ਭਗਤ ਰਵਿਦਾਸ ਨੂੰ ਵੀ ਕਿੱਥੇ ਹੈ, ਤੁਸੀਂ ਵਰਤਿਆ ਨਹੀਂ। ਤੇ ਭਗਤ ਰਵਿਦਾਸ ਜੀ ਨੇ ਕਿਹਾ ਸੀ ਜਿੱਥੇ ਰੱਖ ਕੇ ਗਏ ਉਹ ਪਿਆ ਹੋਏਗਾ, ਲੋੜ ਨਹੀਂ ਪਈ। ਤ੍ਰਿਪਤ ਭੁਗਤ ਹੈ। ਆਤਮਿਕ ਤੌਰ ਤੇ ਰੱਜੇ ਨੇ ਰੱਬ ਦੇ ਪਿਆਰੇ ਭਗਤ ਜਨ, ਹਰ ਕਾ ਨਾਮ ਜਨ ਕਾ ਰੂਪ ਰੰਗ। ਬਾਕੀ ਬਾਹਰੀ ਰੂਪ ਵੀ ਬਦਲਦੇ ਨੇ, ਸੰਸਾਰ ਦੇ ਰੰਗ ਵੀ ਬਦਲਦੇ ਨੇ, ਸਰੀਰਾਂ ਦੇ ਵੀ, ਰਿਸ਼ਤਿਆਂ ਦੇ ਵੀ, ਸੰਬੰਧਾਂ ਦੇ ਵੀ, ਚੀਜ਼ਾਂ ਦੇ ਵੀ। ਹਰੇਕ ਚੀਜ਼ ਦਾ ਰੂਪ ਰੰਗ ਬਦਲਦਾ ਹੈ, ਪਰ ਜਿਨ੍ਹਾਂ ਕੋਲ ਨਾਮ ਦਾ ਮਾਲਕ ਦਾ ਰੰਗ ਹੈ, ਦਿਨ ਦਿਨ ਹੋਤ ਚੜ੍ਹੈ ਸੁਆਇਆ, ਉਹ ਵੱਧ ਤੋਂ ਵੱਧ, ਭਾਈ ਸਾਹਿਬ ਜੀ ਕਹਿੰਦੇ, ਵੱਧਦਾ ਹੀ ਰਹਿੰਦਾ ਹੈ। ਉਹਦੇ 'ਚ ਘਾਟਾ ਨਹੀਂ ਹੈ ਕਿਸੇ ਵੀ ਰੂਪ ਦਾ। ਹਰ ਕਾ ਨਾਮ ਜਪਤ ਕਬ ਪਰੈ ਨਾ ਭੰਗ, ਭੰਗ ਰੁਕਾਵਟ ਨਹੀਂ ਪਈ ਉਹਨਾਂ ਦੇ ਜੀਵਨ 'ਚ ਕਿਸੇ ਵੀ ਰੂਪ ਦੀ। ਮੁਸ਼ਕਿਲਾਂ ਆਈਆਂ ਜ਼ਰੂਰ, ਰੱਬ ਦੇ ਪਿਆਰੇ ਉਹਨਾਂ ਤੋਂ ਪਾਰ ਲੰਘ ਗਏ। ਬੜੀਆਂ ਮੁਸ਼ਕਿਲਾਂ ਸਮਾਜ ਨੇ ਵੀ ਖੜੀਆਂ ਕੀਤੀਆਂ, ਇੱਥੋਂ ਤੱਕ ਪਰਿਵਾਰ ਨੇ ਵੀ ਗੁਰਮੁਖਾਂ ਭਗਤਾਂ ਦੇ ਜੀਵਨ 'ਚ ਰੁਕਾਵਟਾਂ ਖੜੀਆਂ ਜ਼ਰੂਰ ਕੀਤੀਆਂ ਸਨ, ਪਰ ਵਾਹਿਗੁਰੂ ਦੇ ਪਿਆਰੇ ਉਹਨਾਂ ਮੁਸ਼ਕਿਲਾਂ ਰੁਕਾਵਟਾਂ 'ਚ ਅਟਕੇ ਨਹੀਂ, ਕਿਉਂਕਿ ਉਹਨਾਂ ਦੇ ਉਸ ਆਤਮਿਕ ਜੀਵਨ ਦੇ ਵਿੱਚ ਕੋਈ ਰੁਕਾਵਟ ਬੰਧਨ ਪਾਉਣ ਵਾਲਾ ਹੁੰਦਾ ਨਹੀਂ। ਤਾਂ ਆਪਾਂ ਕੱਲ੍ਹ ਵਿਚਾਰ ਇੱਥੇ ਸੰਪੂਰਨ ਕੀਤੀ ਸੀ, ਹਰ ਕਾ ਨਾਮ ਜਨ ਕੀ ਵਡਿਆਈ। ਦੁਨੀਆ 'ਚ ਕੋਈ ਵੀ ਮਨੁੱਖ ਐਸਾ ਨਹੀਂ ਹੈ ਜਿਹੜਾ ਸ਼ੋਭਾ ਤੇ ਵਡਿਆਈ ਨਾ ਚਾਹੁੰਦਾ ਹੋਵੇ, ਕੋਈ ਵੀ। ਹਾਂ, ਇਹ ਹੋ ਸਕਦਾ ਹੈ ਕੋਈ ਘੱਟ ਚਾਹੁੰਦਾ ਹੋਵੇ, ਕੋਈ ਵੱਧ ਚਾਹੁੰਦਾ ਹੋਵੇ। ਤਾਂ ਹੀ ਗੁਰੂ ਕੀ ਬਾਣੀ 'ਚ ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ ਵੀ ਕਿਹਾ, ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਵੀ ਬਾਣੀ ਦੇ ਬੋਲ ਨੇ। ਕੋਈ ਐਸਾ ਮਨੁੱਖ ਨਹੀਂ ਹੈ ਜਿਹੜਾ ਵਡਿਆਈ ਸ਼ੋਭਾ ਨਾ ਚਾਹੁੰਦਾ ਹੋਏ। ਫਰਕ ਇਹ ਹੈ, ਸੰਸਾਰੀ ਬੰਦਾ ਸੰਸਾਰ ਦੀ ਵਡਿਆਈ ਸ਼ੋਭਾ ਚਾਹੁੰਦਾ ਹੈ, ਰੱਬ ਦਾ ਪਿਆਰਾ ਨਾਮ ਦੀ ਵਡਿਆਈ ਚਾਹੁੰਦਾ ਹੈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸ਼ਰਨਾਈ। ਵਡਿਆਈ ਮੰਗੀ ਹੈ, ਹਰ ਜੂ ਰਾਖ ਲਿਹੋ ਪਤ ਮੇਰੀ, ਪਤ ਮੰਗੀ ਹੈ। ਵਡਿਆਈ ਸ਼ੋਭਾ ਚਾਹੁੰਦੇ ਸਾਰੇ ਨੇ, ਪਰ ਮੁਸ਼ਕਿਲ ਹੈ ਜਿਹੜੇ ਦੁਨੀਆ ਦੀ ਚਾਹੁੰਦੇ ਨੇ, ਉਹ ਵਡਿਆਈ ਰਹਿੰਦੀ ਨੇ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇਂ ਕਾਂ। ਉਹ ਜਿਹੜੇ ਕੁਰਸੀਆਂ 'ਤੇ ਬਿਠਾਉਂਦੇ ਨੇ, ਫਿਰ ਲੱਤਾਂ ਖਿੱਚ ਕੇ ਲਾ ਵੀ ਦਿੰਦੇ ਨੇ। ਜਿਨ੍ਹਾਂ ਨੇ ਕੁਰਸੀਆਂ ਦਿੱਤੀਆਂ ਖੋਹ ਵੀ ਲਈਆਂ। ਜਿਨ੍ਹਾਂ ਨੂੰ ਵਡਿਆਈ ਮਾਲਕ ਬਖਸ਼ਦਾ, ਦੁਨੀਆ ਨਹੀਂ ਖੋ ਸਕਦੀ। ਕਿੰਨਾ ਯਤਨ ਕੀਤਾ ਉਹਨਾਂ ਨੂੰ ਨਿੰਦਣ ਦਾ, ਮਾੜੇ ਕਹਿਣ ਦਾ। ਪਾਂਡਿਆਂ ਨੇ ਕਿੰਨਾ ਪ੍ਰਚਾਰ ਕੀਤਾ ਸੀ ਭਗਤਾਂ ਬਾਰੇ, ਪਰ ਕੀ ਵਡਿਆਈ ਖੋਈ ਗਈ ਉਹਨਾਂ ਦੀ। ਹੇ ਮੇਰੇ ਗੋਬਿੰਦ, ਤਾਂ ਕਰਕੇ ਮੈਨੂੰ ਉਹ ਵਡਿਆਈ ਦੇਈ ਜਿਹਨੂੰ ਸਾਹਿਬ ਕਹਿਣ ਲੱਗੇ, ਮੇਰੇ ਮਾਲਕ ਵਾਹਿਗੁਰੂ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂਪਤ ਮੇਰੀ। ਜਿਨ੍ਹਾਂ ਨੂੰ ਵਾਹਿਗੁਰੂ ਤੇਰੇ ਦਰੋਂ ਘਰੋਂ ਪ੍ਰੇਮ ਦਾ ਸਰੋਪਾ ਮਿਲਦਾ ਹੈ, ਪ੍ਰੇਮ ਦਾ ਪਟੋਲਾ ਮਿਲਦਾ ਹੈ। ਪਟੋਲਾ ਦਾ ਅਰਥ ਹੈ ਪੱਟ ਰੇਸ਼ਮ ਦਾ, ਬੜਾ ਸੋਹਣਾ ਕੀਮਤੀ ਕੱਪੜਾ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂਪਤ ਮੇਰੀ। ਦਾਨਾ ਬੀਨਾ ਸਾਈਂ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਅਸੀਂ ਤੇ ਸ਼ਬਦੇ ਗੁਰੂ ਗ੍ਰੰਥ ਸਾਹਿਬ ਵਾਸਤੇ ਪੜ੍ਹੀ ਜਾ ਰਹੇ, ਰੁਮਾਲਾ ਦੇਣ ਲੱਗੇ ਪੜ੍ਹ ਦਿਓ ਜੀ। ਜਦਕਿ ਮਾਲਕ ਵਾਹਿਗੁਰੂ ਨੇ, ਮੇਰੇ ਸੱਚੇ ਪਾਤਸ਼ਾਹ ਨੇ ਮੈਨੂੰ ਵਡਿਆਈ ਬਖਸ਼ੀ ਜਿਹੜੀ ਦੁਨੀਆ ਨਹੀਂ ਖੋ ਸਕੀ। ਨਹੀਂ ਤੇ ਮੈਂ ਫਿਰ ਬੇਨਤੀ ਕਰਾਂ, ਵਡਿਆਈ ਸਭ ਨੂੰ ਚਾਹੀਦੀ ਹੈ, ਅਮੀਰ ਗਰੀਬ ਸੰਸਾਰੀ ਨਿਰੰਕਾਰੀ। ਫਰਕ ਇਹ ਹੈ, ਜਿਨ੍ਹਾਂ ਕੋਲ ਸਾਹਿਬ ਕਹਿੰਦੇ ਹਰ ਕਾ ਨਾਮ ਜਨ ਕੀ ਵਡਿਆਈ, ਜਿਸ ਜਨ ਦੇ ਕੋਲ ਰੱਬ ਦੇ ਨਾਮ ਦੀ ਵਡਿਆਈ ਹੈ, ਉਹ ਖੁੱਸਦੀ ਨਹੀਂ ਹੈ, ਉਹ ਮੁੱਕਦੀ ਨਹੀਂ ਹੈ ਕਦੇ ਵੀ। ਹਰ ਕੈ ਨਾਮ ਜਨ ਸ਼ੋਭਾ ਪਾਈ। ਰੱਬ ਦੇ ਜਨ ਦੀ ਸ਼ੋਭਾ ਕਿੱਥੋਂ ਮਿਲੀ? ਰੂਪ ਕਰਕੇ ਨਹੀਂ ਮਿਲੀ। ਸੰਸਾਰ ਦੇ ਜਿਹੜੇ ਪੈਮਾਨੇ ਸਨ, ਉਹਨਾਂ ਮੁਤਾਬਕ ਉਹ ਵਡਿਆਈ ਦੇ ਪਾਤਰ ਨਹੀਂ ਸਨ। ਤੇ ਅਸੀਂ, ਸਾਡਾ ਪੈਮਾਨਾ ਹੈ ਕਿਸੇ ਬੰਦੇ ਦੇ ਵੱਡੇਪਨ ਦਾ, ਬਸ ਪਦਵੀ ਵੱਡੀ ਹੋਏ, ਜਾਤ ਵੱਡੀ ਹੋਏ,
ਸਾਡਾ ਪੈਮਾਨਾ ਹੀ ਹੈ। ਗੁਰੂ ਦੀ ਵਡਿਆਈ ਦਾ ਪੈਮਾਨਾ, ਇਹਦੇ ਕੋਲ ਸੇਵਾ ਕਿੱਡੀ ਵੱਡੀ, ਇਹਦੇ ਕੋਲ ਨਾਮ ਹੈ। ਅੱਜ ਕੱਪੜੇ ਲਿਬੜੇ ਨੇ, ਦੂਰੋਂ ਮੱਥਾ ਟੇਕ ਰਿਹਾ। ਮੇਰੇ ਵਰਗੇ ਬਹੁਤ ਲਾਗੇ ਬੈਠੇ ਸਨ, ਚਿੱਟੇ ਬਸਤਰ ਪਾਏ, ਦੂਰੋਂ ਮੱਥਾ ਟੇਕਿਆ। ਸਤਿਗੁਰ ਨੇ ਧਿਆਨ ਮਾਰਿਆ, ਸਾਹਿਬ ਉੱਠ ਪਏ ਤੇ ਆਵਾਜ਼ ਮਾਰੀ ਸੀ ਬਹਿਲੋਂ। ਉਹ ਗੁਰੂ ਕਾ ਸਿੱਖ ਸੀ ਜਿਹੜਾ ਰੂੜੀ ਢੋ ਰਿਹਾ ਗੱਡਿਆਂ ਤੇ। ਜਦੋਂ ਆਵੇ ਸ੍ਰੀ ਦਰਬਾਰ ਸਾਹਿਬ ਬਣਿਆ, ਸਰੋਵਰਾਂ ਦੀ ਸੇਵਾ ਹੋਈ ਹੈ ਪੱਕਿਆਂ ਕਰਨ ਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਆਵਿਆਂ ਨੂੰ ਪੱਕਿਆਂ ਕਰਨ ਦੀ ਸੇਵਾ। ਗੁਰੂ ਕਾ ਪਿਆਰਾ ਸਿੱਖ ਭਾਈ ਬਹਿਲੋ, ਤੇ ਸਤਿਗੁਰ ਨੇ ਆਵਾਜ਼ ਮਾਰੀ ਸੀ ਬਹਿਲੋਂ। ਕਹਿਣ ਲੱਗਾ ਸਤਿਗੁਰੂ ਬਾਅਦ ਚ ਆਵਾਂਗਾ ਤੁਹਾਡੇ ਲਾਗੇ, ਹੁਣ ਨਹੀਂ, ਬਾਅਦ ਚ। ਸਤਿਗੁਰੂ ਵਸਤਰ ਨਹੀਂ ਠੀਕ, ਸਤਿਗੁਰੂ ਮੈਲੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਨਹੀਂ, ਤੂੰ ਬਾਅਦ ਚ ਆਈ ਮੇਰੇ ਲਾਗੇ, ਮੈਂ ਤੇਰੇ ਲਾਗੇ ਪਹਿਲੋਂ ਆ ਜਾਂਦਾ। ਭਾਈ ਬਹਿਲੋਂ ਸਭ ਤੋਂ ਪਹਿਲੋਂ। ਗੁਰੂ ਇਹੀ ਵੇਖਦਾ ਵੀ ਇਹਦੇ ਕੋਲ ਸੇਵਾ ਹੈ, ਇਹਦੇ ਕੋਲ ਸਿਮਰਨ ਹੈ, ਇਹਦੇ ਕੋਲ ਭਾਣਾ ਹੈ, ਇਹਦੇ ਕੋਲ ਰਜਾ ਹੈ, ਇਹਦੇ ਕੋਲ ਸੰਤੋਖ ਹੈ, ਇਹਦੇ ਕੋਲ ਦਇਆ ਹੈ। ਮਨ ਪਤੀਜਦਾ ਕਿ ਨਹੀਂ ਪਤੀਜਦਾ, ਮੇਰੀ ਮਨੁੱਖਤਾ ਪ੍ਰਥਾ ਹੈ। ਸੋ ਇਹ ਵਡਿਆਈ ਹੈ ਰੱਬ ਦੀ। ਜਿਹਨੂੰ ਨਿਤਨੇ ਮਿਲ ਗਿਆ, ਸੇਵਾ ਮਿਲ ਗਈ, ਜਿਹਨੂੰ ਸਿਮਰਨ ਮਿਲ ਗਿਆ, ਸੰਗਤ ਮਿਲ ਗਈ, ਸਮਝ ਲਿਓ ਰੱਬ ਦੀ ਵਡਿਆਈ ਮਿਲ ਗਈ ਹੈ। ਉਹਦੀ ਵਡਿਆਈ ਮਿਲੀ ਹੈ ਤਾਂ ਹੀ ਇਹ ਦਾਤਾਂ ਜੀਵਨ 'ਚ ਵਰਤੀਆਂ ਨੇ। ਤੋ ਸਾਹਿਬ ਆਖਦੇ ਨੇ ਹਰ ਕੈ ਨਾਮ ਜਨ ਸ਼ੋਭਾ ਪਾਈ। ਰੱਬ ਦੇ ਜਨ ਨੇ ਸ਼ੋਭਾ ਪਾਈ ਹੈ ਉਹਦੇ ਨਾਮ ਕਰਕੇ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ। ਮਾਥੈ ਛਤਰ ਧਰੈ ਜਾ ਕੀ ਛੋਤ, ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ। ਨੀਚਾਂ ਊਚ ਕਰੈ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਹਰ ਕਾ ਨਾਮ ਜਨ ਕੋ ਭੋਗ ਜੋਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਵਾਹਿਗੁਰੂ ਦਾ ਨਾਮ ਹੈ, ਜਨ ਦਾ ਅਰਥ ਹੈ ਸੇਵਕ। ਜਦੋਂ ਜਨ ਦਾ ਨੰਨਾ ਮੁਕਤਾ ਹੋਏਗਾ ਉਹਦੇ ਜ਼ਿਆਦੇ ਜਨ ਹੋ ਜਾਂਦੇ ਨੇ। ਨੰਨੇ ਨੂੰ ਔਂਕੜ ਇੱਕ ਜਨ, ਪਰ ਇੱਥੇ ਨੰਨੇ ਨੂੰ ਔਂਕੜ ਨਹੀਂ ਆਈ ਕਿਉਂਕਿ ਸੰਬੰਧਕ ਕੋ ਲੱਗਾ ਹੈ। ਖੈਰ, ਵਾਹਿਗੁਰੂ ਦਾ ਨਾਮ ਸੇਵਕ ਵਾਸਤੇ ਭੋਗ ਹੈ, ਇਹ ਜੋਗ ਹੈ। ਸੰਸਾਰ ਦੇ ਭੋਗਾਂ ਚੋਂ ਸਭ ਤੋਂ ਵੱਡਾ ਭੋਗ ਹੈ। ਤਾਂ ਹੀ ਸਿੱਖ ਪਦਾਰਥ ਭੋਗਣ ਤੋਂ, ਭੋਜਨ ਤੋਂ ਪਹਿਲੋਂ ਭਜਨ ਦਾ ਰਸ ਮਾਣਦਾ ਸਿੱਖ। ਮੁਬਾਰਕ ਹੈ, ਉਹਦਾ ਭੋਜਨ ਮੁਬਾਰਕ ਹੋ ਜਾਂਦਾ। ਤੇ ਜਿਹਦੇ ਕੋਲ ਭਜਨ ਨਹੀਂ ਹੈ, ਭੋਜਨ ਆ ਗਿਆ, ਫਿਰ ਸਾਹਿਬ ਕਹਿੰਦੇ ਜਿਉਂ ਕੂਕਰ ਜੂਠਣ ਮੈਂ ਪਾਏ। ਜਿਹਦੇ ਕੋਲ ਕੱਲੇ ਭੋਗ ਨੇ ਸੰਸਾਰ ਦੇ, ਉਹਦਾ ਭਜਨ ਨਹੀਂ ਹੈ, ਫਿਰ ਕੀ ਹੈ? ਜਿਵੇਂ ਕੂਕਰ ਅੰਦੇ ਨੇ ਕੁੱਤਾ, ਇਵੇਂ ਲੱਗਦਾ ਹੈ ਸਾਹਿਬ ਕਹਿੰਦੇ ਜਿਵੇਂ ਕੁੱਤਾ ਕਿਸੇ ਬਿੰਨ ਵਿੱਚ ਮੂੰਹ ਮਾਰ ਰਿਹਾ ਹੋਵੇ, ਜਿਹਨੇ ਸਵੇਰੇ ਵਾਹਿਗੁਰੂ ਨਹੀਂ ਕੀਤਾ, ਮੂਲ ਮੰਤਰ ਨਹੀਂ ਕੀਤਾ, ਸ਼ੁਕਰਾਨਾ ਵੀ ਨਹੀਂ ਕੀਤਾ, ਤੇ ਆਲੂ ਦੇ ਪਰੌਂਠੇ ਖਾਣ ਲੱਗ ਪਿਆ। ਜਪ ਜਾਪ ਬਿਨਾ ਜੋ ਜੀਵੈ ਪ੍ਰਸਾਦ, ਸੋ ਬਿਸ਼ਟਾ ਕਾ ਕਿਰਮ ਹੋਏ, ਜਨਮ ਗਵਾਵੇ ਬਾਦ। ਕੁਝ ਨਾ ਕੁਝ ਤੇ ਹੋਏ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਤੇ ਕਹਿ ਹੀ ਦੇ ਨਾ ਬੰਦਾ। ਕੋਈ ਅਹਿਸਾਸ ਤੇ ਹੋਏ ਉਸ ਦਾਤੇ ਪ੍ਰਤੀ ਜਿਨੇ ਬਿਨਾਂ ਸ਼ਰਤ ਤੋਂ ਸਭ ਕੁਝ ਦਿੱਤਾ ਹੈ। ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਨਾਇਕ ਖਸਮ ਹਮਾਰੇ ਕਹਿ ਦੇ ਸੱਚੇ ਪਾਤਸ਼ਾਹ, ਤੂੰ ਖਸਮ ਹੈ। ਤੋ ਵਾਹਿਗੁਰੂ ਦਾ ਨਾਮ ਜਨ ਵਾਸਤੇ ਭੋਗ ਹੈ, ਜੋਗ ਹੈ। ਜੋਗ ਮਿਲਾਪ ਉਸ ਕਰਤੇ ਵਾਹਿਗੁਰੂ ਦਾ ਸਭ ਤੋਂ ਵੱਡਾ ਜੋਗ ਹੈ। ਹਰ ਕਾ ਨਾਮ ਜਪਤ ਕਛ ਨਾਹੇ ਵਿਯੋਗ। ਵਿਯੋਗ ਵਿਛੋੜਾ, ਵਿਯੋਗ ਜੇ ਕਹੀਏ ਪਛਤਾਵਾ, ਵਿਯੋਗ ਵਿਛੋੜਾ, ਵਿਛੋੜੇ 'ਚ ਪਛਤਾਵਾ ਹੁੰਦਾ ਹੈ। ਵਿਯੋਗ ਦਾ ਅਰਥ ਹੈ ਜਿੱਥੇ ਇੱਕ ਜੋਗ ਨਾ ਰਹਿ ਜਾਏ, ਇੱਕ ਦੇ ਦੋ ਹੋ ਜਾਣ, ਉੱਥੇ ਵਿਛੋੜਾ ਹੈ। ਤੇ ਜਿੱਥੇ ਵਿਛੋੜਾ ਹੈ ਉੱਥੇ ਵਿਯੋਗ ਪਛਤਾਵਾ ਹੈ। ਤੇ ਰੱਬ ਦੇ ਪਿਆਰੇ ਨੂੰ ਦਿਨ ਲੰਘ ਗਿਆ, ਕਾਹਦਾ ਪਛਤਾਵਾ ਹੈ? ਉਹਦੀ ਜਵਾਨੀ ਵੀ ਉਹਦੀ ਯਾਦ ਵਿੱਚ ਲੰਘੀ, ਬਚਪਨ ਵੀ ਰੱਬੀ ਗੋਦ ਵਿੱਚ ਲੰਘਿਆ, ਵਡੇਪਾ ਵੀ ਉਹਦੀ ਦਰਗਾਹ 'ਚ ਲੰਘ ਗਿਆ ਸੁਰਤ ਕਰਕੇ। ਉਹਨੂੰ ਕਾਹਦਾ ਪਛਤਾਵਾ ਹੈ?
ਰੱਬ ਦੇ ਪਿਆਰੇ ਜਿਹਨੇ ਅੰਮ੍ਰਿਤ ਵੇਲਾ ਸਾਂਭ ਲਿਆ, ਸੌਣ ਲੱਗਿਆਂ ਸੋਹਲਾ ਸਾਹਿਬ ਸਾਂਭ ਲਿਆ, ਉੱਠਦਿਆਂ ਬਹਿੰਦਿਆਂ ਉਹ ਸ਼ੁਕਰਗੁਜ਼ਾਰ ਰਿਹਾ, ਉਹਨੂੰ ਕਾਹਦਾ ਪਛਤਾਵਾ ਹੈ? ਉਹਦੇ ਜੀਵਨ 'ਚੋਂ ਠੀਕ ਹੈ ਸਵਾਸਾਂ ਦਾ ਖਜ਼ਾਨਾ ਖਿਸਕ ਗਿਆ, ਨਾਮ ਦਾ ਖਜ਼ਾਨਾ ਵੱਧ ਜਾਂਦਾ ਹੈ। ਅਤੇ ਜੇ ਬੰਦੇ ਦੇ ਦੋਨੇ ਡੱਬੇ ਖਾਲੀ ਹੋ ਜਾਣ, ਸਵਾਸਾਂ ਦੀ ਪੂੰਜੀ ਦਾ ਡੱਬਾ ਵੀ ਖਾਲੀ ਹੈ, ਨਾਮ ਦੇ ਸ਼ੁਕਰਾਨੇ ਦਾ ਡੱਬਾ ਵੀ ਖਾਲੀ, ਫਿਰ ਪਛਤਾਏਗਾ ਹੀ ਬੰਦਾ, ਕੀ ਕਰੇਗਾ? ਤੂੰ ਰੱਬ ਦੇ ਪਿਆਰੇ ਕੋਲ ਸਵਾਸ ਜ਼ਰੂਰ ਘਟੇ, ਪਰ ਬੰਦਗੀ ਉਹਦਾ ਰਸ ਵੱਧ ਜਾਂਦਾ ਹੈ ਅਤੇ ਉਹਨੂੰ ਕੁਝ ਵਿਯੋਗ ਨਹੀਂ ਹੈ। ਜਨ ਰਾਤਾ ਹਰ ਨਾਮ ਕੀ ਸੇਵਾ, ਜਨ ਹੈ ਜਿਹੜਾ ਰਾਤਾ ਰਤਿਆ ਹੋਇਆ ਹਰ ਨਾਮ ਕੀ ਸੇਵਾ, ਵਾਹਿਗੁਰੂ ਦੇ ਨਾਮ ਦੀ ਸੇਵਾ ਦੇ ਅੰਦਰ। ਉਹਦੀ ਸੇਵਾ ਹੈ ਉਹਦੇ ਨਾਮ, ਉਹਦੇ ਹੁਕਮ, ਉਹਦੀ ਰਜ਼ਾ 'ਚ ਵਰਤਦੇ ਰਹਿਣਾ। ਨਾਨਕ ਪੂਜੈ ਹਰ ਹਰ ਦੇਵਾ, ਜਿਸ ਰੱਬ ਦੇ ਪਿਆਰੇ ਨੇ ਹਰੀ ਮਾਲਕ ਦੈਵੀ ਸਰੂਪ ਦਾ ਜਿਹੜਾ ਕਰਤਾ ਮਾਲਕ ਹੈ ਉਸ ਨੂੰ ਪੂਜਿਆ ਹੈ, ਉਹ ਸਦਾ ਹੀ ਉਸ ਦੀ ਖੁਮਾਰੀ 'ਚ ਉਹਦੇ ਰਸ ਦੇ ਵਿੱਚ ਰੱਤਾ ਰਹਿੰਦਾ ਹੈ। ਹਰ ਹਰ ਜਨ ਕੈ ਮਾਲ ਖਜ਼ੀਨਾ, ਖਜ਼ੀਨਾ ਟਰੈਜ਼ਰ, ਖਜ਼ਾਨਾ ਹੈ ਜਿਹੜਾ ਦੌਲਤ ਹੈ ਸਾਡੇ ਕੋਲ। ਗੁਰੂਦੇਵ ਕਹਿੰਦੇ ਰੱਬ ਦੇ ਪਿਆਰੇ ਕੋਲ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ। ਮੁਬਾਰਕ ਹੈ ਸੰਸਾਰ ਦੀਆਂ ਚੀਜ਼ਾਂ, ਪਦਾਰਥ, ਧਨ, ਦੌਲਤ, ਪਰ ਮੁਸ਼ਕਿਲ ਇਹ ਹੈ ਵੀ ਇਹ ਇੱਕੋ ਜਿਹੀਆਂ ਨਹੀਂ ਹੈ। ਮੁਸ਼ਕਿਲ ਇਹਦੀ ਹੈ ਵੀ ਜੇਬਾਂ ਸਾਡੇ ਜਿਉਂਦਿਆਂ ਦੇ ਹੁੰਦੀਆਂ ਨੇ, ਮੁਰਦੇ ਨੂੰ ਕਫਨ ਪਾਉਂਦੇ ਜੇਬ ਥੋੜ੍ਹਾ ਹੁੰਦੀ ਹੈ। ਦੁਨੀਆ ਦੇ ਖਜ਼ਾਨੇ ਦੀ ਮੁਸ਼ਕਿਲ ਇਹ ਹੈ, ਚਾਹੇ ਜਿਤਨਾ ਕਰ ਲੋ ਇਕੱਠੇ ਹੀਰੇ ਮੋਤੀ, लेकिन ये याद रखना कफन के जेब नहीं होती। संसार का खजाना मुबारक है, वो वरत्या गुरुआं ने भगतां ने, पर मुश्किल है भी इनू संसार तो अगे नहीं खड़ सकते आप। जिहड़ी करंसी एक देश तो दूजे देश विच बदल जाती है, वो आत्मक सुख कित्थों देगी? जिहड़ा बंदा इहदे चों ही सब कुछ लभ रहा है, समझ लो एक बड़े इलूजन भुलेखे च पै गया ਉਹਦਾ ਜੀਵਨ। ਜਿਹੜਾ ਕਹੇ ਵੀ ਬਸ ਇਹੀ ਸਭ ਕੁਝ ਹੈ, ਨਹੀਂ। ਹਾਂ ਠੀਕ ਇਹ ਸਾਧਨ ਹੈ, ਜਿਵੇਂ ਕਾਰ ਸਾਧਨ ਹੈ ਘਰ ਤੱਕ ਜਾਣ ਦਾ, ਕਾਰ ਮਨੋਰਥ ਨਹੀਂ ਹੈ ਜ਼ਿੰਦਗੀ ਦਾ। ਬਸਤਰ ਸਾਧਨ ਨੇ ਤਨ ਢੱਕਣ ਦਾ, ਬਸਤਰ ਮਨੋਰਥ ਨਹੀਂ ਹੈ ਜ਼ਿੰਦਗੀ ਦਾ। ਇਹਨੂੰ ਹੀ ਗੋਲ ਬਣਾ ਲਿਆ ਜਿਨ੍ਹਾਂ ਨੇ। ਉਹਨਾਂ ਦੇ ਜੀਵਨ 'ਚ ਫਿਰ ਇਹ ਨਾ ਕਹੀਏ ਵੀ ਕਿਸੇ ਡੈਸਟੀਨੇਸ਼ਨ 'ਤੇ ਕਿਸੇ ਮੰਜ਼ਿਲ 'ਤੇ ਪਹੁੰਚ ਜਾਣਗੇ। ਸਰੀਰ 'ਤੇ ਪਹੁੰਚਣਾ ਹੀ ਪਹੁੰਚਣਾ ਹੈ ਆਪਣੇ ਘਰ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ। ਬਾਬਾ ਫਰੀਦ ਜੀ ਕਹਿੰਦੇ ਇੱਕ ਘਰ ਹੈ ਬੰਦੇ ਦਾ ਪੱਕਾ, ਭੁੱਲ ਜਾਂਦਾ ਹੈ, ਪਰ ਆਖਰ ਨੂੰ ਬੰਦੇ ਨੂੰ ਆਉਣਾ ਉੱਥੇ ਹੀ ਪੈਂਦਾ ਹੈ। ਗੌਰ ਨਿਮਾਣੀ ਛੱਡ ਕਰੈ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ। ਕਿਹੜਾ ਦੁਨੀਆ ਦਾ ਸਰੀਰ ਹੈ ਜਿਹੜਾ ਕਬਰਸਤਾਨ ਤੱਕ ਨਾ ਗਿਆ ਹੋਵੇ? ਕਿੰਨੇ ਹੋਏ ਉਹਨੇ? ਜਾਂ ਜਿਹੜੇ ਅੱਜ ਦੀ ਦੁਨੀਆ 'ਚ ਜਿੰਨੇ ਵੀ 6.5-7 ਅਰਬ ਲੋਕ ਨੇ, ਚਲੋ ਕੀ ਨਹੀਂ ਜਾਣਗੇ ਕਬਰਾਂ 'ਚ? ਠੀਕ ਹੈ, ਪਰ ਕੋਈ ਭਾਗਾਂ ਵਾਲਾ ਮਨ ਹੁੰਦਾ ਹੈ ਜਿਹੜਾ ਉਸ ਦੀ ਦਰਗਾਹ 'ਚ ਪਹੁੰਚਦਾ ਹੋਏਗਾ। ਕਿਸੇ ਭਾਗਾਂ ਵਾਲੇ ਦੀ ਸੁਰਤ ਹੈ ਜਿਹੜੀ ਉਹ ਸੱਚੇ ਮੰਡਲ ਅੰਦਰ ਉਹਦੇ ਸ਼ੁਕਰਾਨੇ 'ਚ ਉਹਦੇ ਰਸ ਵਿੱਚ ਭਿੱਜਦੀ ਹੋਏਗੀ। ਅਤੇ ਗੁਰਦੇਵ ਕਹਿੰਦੇ ਜਿਹਦੇ ਕੋਲ ਅਸਲ ਖਜ਼ਾਨਾ ਹੈ, ਖਜ਼ਾਨਾ ਇੱਕ ਬਾਹਰ ਦਾ ਹੈ ਧਨ ਦੌਲਤ, ਅੰਦਰ ਮਨ ਦਾ ਖਜ਼ਾਨਾ ਕੀ ਹੈ? ਸੰਤੋਖ ਹੈ, ਦਇਆ ਹੈ, ਪ੍ਰੇਮ ਹੈ। ਇਹ ਕੀ ਹੈ? ਇਹ ਅੰਦਰ ਦਾ ਖਜ਼ਾਨਾ ਜਿਹੜਾ ਮਾਰਕੀਟ 'ਚੋਂ ਨਹੀਂ ਮਿਲਦਾ। ਕੋਈ ਲੱਖ ਰੁਪਇਆ ਲੈ ਕੇ ਜਾਏ, ਕ੍ਰੈਡਿਟ ਕਾਰਡ ਲੈ ਜਾਏ ਆਪਣਾ, ਕਿ ਕਿਸੇ ਸਟੋਰ 'ਚੋਂ ਮੈਂ ਪ੍ਰੇਮ ਖਰੀਦ ਲੈਣਾ ਹੈ, ਕਿਸੇ ਥਾਂ ਤੋਂ ਮੈਂ ਸੰਤੋਖ ਖਰੀਦ ਲੈਣਾ ਹੈ। ਇਹ ਜੀਵਨ 'ਚੋਂ ਪੈਦਾ ਕਰਨਾ। ਪੈਦਾ ਕਰਨ ਦਾ ਅਰਥ ਹੈ, ਸਾਹਿਬ ਕਹਿੰਦੇ ਹੈ ਸਭ ਕੁਝ ਵਿੱਚ। ਜਿਵੇਂ ਧਰਤੀ 'ਚ ਪਾਣੀ ਹੈ, ਪੱਥਰ ਕੰਕਰ ਹਟਾਉਣੇ ਪੈਂਦੇ ਨੇ, ਕੁਝ ਹਟਾਏ ਅਤੇ ਪਾਣੀ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵਨ 'ਚੋਂ ਕੁਝ ਅਗਿਆਨਤਾ ਭਰਮ ਹਟਾਉਣੇ ਪੈਂਦੇ ਨੇ ਅਤੇ ਜੀਵਨ ਦੇ ਵਿੱਚੋਂ ਫਿਰ ਉਹ ਦਾਤਾਂ ਪ੍ਰਗਟ ਹੋ ਜਾਂਦੀਆਂ ਨੇ। ਜਿਨ੍ਹਾਂ ਦੇ ਹੱਥ ਇਹ ਖਜ਼ਾਨਾ ਚੜ੍ਹਿਆ, ਸਾਹਿਬ ਕਹਿੰਦੇ ਉਹੀ ਬੇਪਰਵਾਹ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹੀ ਪਾਤਸ਼ਾਹ। ਦੁਨੀਆ ਵਿੱਚ ਅੱਜ ਵੱਡਾ ਉਹ ਹੈ ਜਿਹਦੇ ਕੋਲ
ਸੰਤੋਖ ਹੈ। ਧਨ ਮੁਬਾਰਕ ਹੈ, ਪਰ ਧਨ ਤੋਂ ਵੱਡਾ ਸੰਤੋਖ ਹੈ। ਸੱਚ ਜਾਣਿਓ, ਮੁਬਾਰਕ ਹੈ ਧਨ, ਪਰ ਧਨ ਤੋਂ ਵੱਡਾ ਸੰਤੋਖ ਹੈ ਜੀਵਨ ਦੇ ਅੰਦਰ। ਮੁਬਾਰਕ ਹੈ ਸੰਸਾਰ ਪਰਿਵਾਰ, ਪਰ ਉਹਦੇ ਤੋਂ ਵੱਡਾ ਨਿਰੰਕਾਰ ਹੈ ਜਿਨੇ ਬਖਸ਼ਿਆ ਸਭ ਕੁਝ। ਤੋ ਮੇਰੇ ਸਾਹਿਬ ਆਖਦੇ ਨੇ, ਤ੍ਰਿਪਤ ਨੇ ਹਰ ਹਰ ਜਨ ਕੈ ਮਾਲ ਖਜ਼ੀਨਾ। ਜਿਨ੍ਹਾਂ ਕੋਲ ਮਾਲ ਖਜ਼ੀਨਾ ਧਨ ਹੈ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਇਹ ਧਨ ਗੁਰਦੇਵ ਕਹਿੰਦੇ ਮਾਲਕ ਵਾਹਿਗੁਰੂ ਨੇ ਜਨ ਨੂੰ ਆਪ ਬਖਸ਼ਿਆ। ਇਹ ਆਪ ਬਖਸ਼ਦਾ, ਤਾਂ ਹੀ ਖੋ ਨਹੀਂ ਨਾ ਸਕੇ। ਤਾਂ ਹੀ ਕਹਿ ਦਿੱਤਾ ਭਗਤਾਂ ਨੇ, ਪੰਡਤ ਜੀ ਤੂੰ ਆਪਣੀ ਪੋਥੀ ਆਪਣੇ ਕੋਲ ਰੱਖ, ਸਾਨੂੰ ਲੋੜ ਨਹੀਂ ਹੈ। ਉਹ ਕੋਈ ਆਇਆ ਸੀ ਭਗਤ ਕਬੀਰ ਜੀ ਕੋਲ, ਤੇਰੇ ਕੋਲ ਜਨੇਊ ਹੈ? ਭਗਤ ਜੀ ਕਹਿੰਦੇ ਨਹੀਂ ਹੈਗਾ। ਤੇ ਤੂੰ ਵੇਦ ਪੜ੍ਹੇ ਨੇ? ਨਹੀਂ ਪੜ੍ਹੇ। ਤੂੰ ਗਾਇਤਰੀ ਜਾਣਦਾ? ਨਹੀਂ ਜਾਣਦਾ। ਹਾਂ, ਤੁਮ ਤੋ ਪੜ੍ਹੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਭਗਤ ਜੀ ਕਹਿੰਦੇ ਠੀਕ ਹੈ, ਤੂੰ ਵੇਦ ਪੜ੍ਹ, ਤੂੰ ਗਾਇਤਰੀ ਪੜ੍ਹ, ਤੂੰ ਕਬਜ਼ਾ ਕਰ ਵੀ ਇਹ ਮੇਰੇ ਨੇ, ਜਿਵੇਂ ਅਸੀਂ ਵੀ ਕਬਜ਼ਾ ਕਰਦੇ ਨਹੀਂ। ਕਿਸੇ ਨੇ ਮੰਨ ਲਓ ਕੋਈ ਸੱਜਣ ਕਹਿ ਰਿਹਾ ਸੀ ਵੀ ਬਾਣੀ ਦਾ ਸਰੂਪ ਮੁੰਨੇ ਨੂੰ ਨਹੀਂ ਦੇਣਾ, ਤਾਂ ਮੈਂ ਕਿਹਾ ਵੀ ਜਿਹਨੂੰ ਬਾਣੀ ਯਾਦ ਹੋਏਗੀ, ਜਿਹਨੇ ਆਸਾ ਕੀ ਵਾਰ ਯਾਦ ਕੀਤੀ ਸਹਿਜਧਾਰੀ ਨੇ, ਕੱਢ ਲੋਗੇ ਉਹਦੇ ਅੰਦਰੋਂ। ਕਿਸੇ ਸਹਿਜਧਾਰੀ ਨੇ ਜਪਜੀ ਸਾਹਿਬ ਯਾਦ ਕੀਤਾ, ਕੱਢ ਲੋਗੇ ਉਹਦੇ ਅੰਦਰੋਂ ਗੁਰੂ ਨੂੰ। ਇਹ ਕਿਸੇ ਦਾ ਕਬਜ਼ਾ ਥੋੜ੍ਹਾ ਹੈ ਸੱਚ ਜਾਣਿਓ ਨਾਮ। ਤਾਂ ਹੀ ਭਗਤ ਕਬੀਰ ਜੀ ਕਹਿੰਦੇ ਪੰਡਤ ਠੀਕ ਹੈ, ਤੇਰਾ ਗਾਇਤਰੀ ਤੇ ਕਬਜ਼ਾ ਹੋਏਗਾ, ਤੂੰ ਵੇਦਾਂ ਤੇ ਕਬਜ਼ਾ ਕਰ। ਗੋਬਿੰਦ ਹਿਰਦੈ ਹਮਾਰੇ, ਮੇਰੇ ਹਿਰਦੇ 'ਚ ਮੇਰੇ ਰੱਬ ਦੀ ਯਾਦ ਹੈ, ਵਰਤੇਗੀ। ਉਹਨੂੰ ਕੌਣ ਕੱਢ ਲੇਗਾ ਮੇਰੇ ਜੀਵਨ 'ਚੋਂ? ਰੱਬ ਦੇ ਪਿਆਰੇ ਕੋਲ ਜਿਹੜਾ ਖਜ਼ਾਨਾ ਹੈ ਨਾਮ ਧਨ ਦਾ, ਉਹਨੂੰ ਕੱਢ ਨਹੀਂ ਸਕਦਾ। ਜਿਹਨੂੰ ਬਾਣੀ ਯਾਦ ਹੈ, ਕੌਣ ਕੱਢ ਲੇਗਾ ਉਹਦੇ ਅੰਦਰੋਂ ਬਾਣੀ? ਉਹਦੀ ਯਾਦ ਹੈ ਉਹਨੂੰ। ਗੁਰੂ ਨਾਨਕ ਦੀ ਬਾਣੀ ਆਸਾ ਕੋਈ ਵੀ ਹੈ, ਕੋਈ ਪੋਥੀ ਖੋ ਸਕਦਾ ਹੈ, ਕੋਈ ਬਾਹਰੀ ਤੌਰ 'ਤੇ ਯਤਨ ਕਰ ਸਕਦਾ ਹੈ, ਪਰ ਉਹ ਕਿੱਥੋਂ ਕੱਢੇਗਾ? ਤਾਂ ਹੀ ਭਾਈ ਮਤੀ ਦਾਸ ਜੀ ਨੇ ਕਿਹਾ ਸੀ ਠੀਕ ਹੈ, ਤੇਰਾ ਆਰਾ ਯਤਨ ਕਰੇ। ਸਰੀਰ ਦੋ ਫਾੜ ਹੋ ਗਏ, ਠੀਕ ਹੈ, ਅੰਦਰੋਂ ਥੋੜ੍ਹਾ ਗੁਰੂ ਨੂੰ ਕੱਢ ਸਕੇ। 1716 ਬਾਬਾ ਬੰਦਾ ਸਿੰਘ ਬਹਾਦਰ ਦੁਸ਼ਮਣ, ਉਹਨੇ ਫਰਕਸ਼ੀਅਰ ਨੇ, ਬਾਦਸ਼ਾਹ ਹੈ, ਅੱਖ ਕੱਢੀ ਹੈ, ਬਾਂਹ ਵੱਢੀ ਹੈ, ਲੱਤਾਂ ਵੱਡੀਆਂ ਨੇ, ਕਲੇਜਾ ਕੱਢਿਆ ਪੁੱਤ ਦਾ, ਪਰ ਗੁਰੂ ਕੇ ਪਿਆਰੇ ਦੇ ਸਿੱਖ ਅੰਦਰੋਂ ਬਾਣੀ ਗੁਰੂ ਥੋੜ੍ਹਾ ਕੱਢ ਸਕੇ ਨੇ। ਤੋ ਜਿਹਦੇ ਅੰਦਰ ਵਰਤ ਰਿਹਾ, ਤਾਂ ਕਰਕੇ ਧਰਮ ਦੀਆਂ ਪੋਥੀਆਂ ਸਿਰ ਦੇ ਉੱਤੇ ਚੁੱਕਣ ਦਾ ਮਸਲਾ ਨਹੀਂ ਹੈ, ਸਿਰ ਦੇ ਵਿੱਚ ਵਸਾਉਣ ਦਾ ਮਸਲਾ ਹੈ। ਅਸੀਂ ਤੇ ਮਸਲਾ ਸਾਰਾ ਮਰਿਆਦਾ ਦਾ ਸਿਰ ਤੇ ਚੁੱਕਣ ਦਾ ਹੀ ਬਣਾਇਆ। ਇਹ ਮਸਲਾ ਧਰਮ ਦੇ ਗ੍ਰੰਥ ਸਿਰ ਤੇ ਚੁੱਕਣ ਦਾ ਨਹੀਂ ਹੈ, ਮਸਲਾ ਹੈ ਸਿਰ 'ਚ ਵਸਣ ਜਾਣਾ। ਮਸਲਾ ਹੈ ਮਨ ਮੰਦਰ 'ਚ ਬਾਣੀ ਦਾ ਦੀਵਾ ਬਲ ਜਾਏ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬਹੁੜ ਜਨਮ ਨਾਮ। ਮਸਲਾ ਤੇ ਇਹ ਹੈ ਜੀਵਨ ਦਾ। ਤੋ ਰੱਬ ਦੇ ਪਿਆਰੇ ਜਨ ਦੇ ਕੋਲ ਜਿਹੜਾ ਸਤਿਗੁਰ ਕਹਿੰਦੇ ਧਨ ਦਿੱਤਾ ਹੈ ਨਾ, ਉਹ ਰੱਬ ਨੇ ਦਿੱਤਾ ਹੈ। ਤਾਂ ਹੀ ਭਗਤ ਕਬੀਰ ਜੀ ਕਹਿੰਦੇ ਠੀਕ ਹੈ, ਤੂੰ ਗਾਇਤਰੀ ਨਾਂ ਦੇ, ਵੇਦ ਨਾਂ ਦੇ, ਗੋਬਿੰਦ ਹਿਰਦੈ ਹਮਾਰਾ, ਸਾਡੇ ਹਿਰਦੇ 'ਚ ਸਾਡਾ ਗੋਬਿੰਦ ਹੈ, ਕੌਣ ਕੱਢ ਲਏਗਾ ਉਸ ਨੂੰ? ਤੋ ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਾ ਤਾਣੀ। ਸਾ ਤਾਣੀ, ਤਾਣ ਦਾ ਅਰਥ ਹੁੰਦਾ ਹੈ ਬਲ, ਸਾ ਤਾਣੀ ਦਾ ਅਰਥ ਹੈ ਤਾਣ ਸਹਿਤ। ਬਹੁਤ ਆਤਮਿਕ ਤਾਣ, ਜਿਹਨੂੰ ਸਤਿਗੁਰੂ ਨੇ ਅਰਦਾਸ ਵੀ ਕੀਤੀ, ਮੈਂ ਤਾਣ, ਤਾਣ ਸਮਰੱਥਾ, ਮੈਂ ਤਾਣ ਦੀਵਾਨ ਤੂੰ ਹੈ, ਦੀਵਾਨ ਮਾਲਕ ਵਾਹਿਗੁਰੂ ਆਸਰਾ ਕਹਿ ਲਈਏ, ਸਹਾਰਾ ਕਹਿ ਲਈਏ। ਮੇਰੇ ਕੋਲ ਜਿਹੜਾ ਤਾਣ ਹੈ ਉਹਦਾ ਦੀਵਾਨ ਤੂੰ ਹੈ, ਉਹਦਾ ਸੋਮਾ ਤੂੰ ਹੈ, ਜਿੱਥੋਂ ਤਾਣ ਆ ਰਿਹਾ ਹੈ। ਤਾਂ ਹੀ ਰੱਬ ਦੇ ਪਿਆਰੇ ਨਹੀਂ ਡੋਲੇ ਨਾ, ਤਾਂ ਹੀ ਜਿਨ੍ਹਾਂ ਨੇ ਉਸ ਤਾਣ ਨੂੰ ਮਾਣਿਆ, ਜਿਹੜੇ ਤਾਣ ਦਾ ਸੋਮਾ ਸੀ ਵਾਹਿਗੁਰੂ, ਸੁੱਕੇ ਨਹੀਂ ਹੋ। ਨਹੀਂ ਤੇ ਕਿਸੇ ਨੂੰ ਧਨ ਦਾ, ਪਦਵੀ ਦਾ ਤਾਣ ਹੁੰਦਾ, ਜਦੋਂ ਪਦਵੀ ਖੁੱਸ ਜਾਂਦੀ ਫਿਰ ਕੋਈ ਨਹੀਂ ਸਲਾਮ ਕਰਦਾ ਉਹਨੂੰ, ਫਿਰ ਕਿਸੇ ਨੇ ਨਹੀਂ ਦੁਆ ਸਲਾਮ ਕੀਤਾ ਉਹਨੂੰ। ਪਦਵੀ ਦੇ ਜ਼ੋਰ ਨਾਲ ਕਰਾ ਲਿਆ ਹੋਵੇਗਾ, ਧਨ ਦੇ ਜ਼ੋਰ ਨਾਲ ਕਰਾ ਲਿਆ ਹੋਵੇਗਾ, ਉਹ ਸੁੱਕ ਜਾਂਦੇ ਨੇ ਫਿਰ, ਕਿਉਂਕਿ ਪਿੱਛੋਂ ਸੋਮਾ ਨਹੀਂ ਨਾ ਵੈਸਾ ਰਹਿੰਦਾ।
ਜਿਹਨਾਂ ਦਾ ਜੀਵਨ ਦਾ ਦੀਵਾਨ ਉਹ ਹੈ, ਆਸਰਾ ਉਹ ਹੈ, ਤਾਣ ਦਾ ਮਰਕਜ਼ ਉਹ ਹੈ, ਫਿਰ ਉਹ ਸਦਾ ਹੀ ਤਾਣ ਸਹਿਤ ਰਹੇ ਨੇ। ਸਾਹਿਬ ਕਹਿੰਦੇ ਰੱਬ ਦਾ ਪਿਆਰਾ ਜਿਹੜਾ ਹੈ, ਹਰ ਹਰ ਜਨ ਕੈ ਓਟ ਸਾ ਤਾਣੀ, ਬੜੇ ਤਾਣ ਵਾਲੀ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਹਰੀ ਦਾ ਪ੍ਰਤਾਪ ਰੱਬ ਦੇ ਪਿਆਰੇ ਨੇ, ਉਹਦੇ ਬਰਾਬਰ ਹੋਰ ਕੋਈ ਪ੍ਰਤਾਪ ਨਹੀਂ ਜਾਣਿਆ। ਓਤ ਪੋਤ ਜਨ ਹਰ ਰਸ ਰਾਤੇ, ਓਤ ਪੋਤ ਤਾਣਾ ਪਿੱਟਾ। ਜਿਹੜਾ ਸਾਡਾ ਕੱਪੜਾ ਅਸੀਂ ਪਾਉਂਦੇ ਉਹ ਓਤ ਪੋਤ ਹੁੰਦਾ, ਇੱਕੋ ਪਾਸੇ ਦੇ ਧਾਗੇ ਨਹੀਂ ਹੁੰਦੇ, ਇੱਕ ਬਿਲਕੁਲ ਵਿਪਰੀਤ ਦਿਸ਼ਾ ਹੁੰਦੀ ਹੈ। ਤਾਣਾ ਪੇਟਾ, ਤਾਣਾ ਪੇਟਾ ਦਾ ਅਰਥ ਹੈ ਓਤ ਪਰੋਤ ਹੋ ਜਾਣਾ। ਓਤ ਪਰੋਤ ਦਾ ਅਰਥ ਹੈ ਉਹਦੇ ਪ੍ਰੇਮ ਰਸ ਵਿੱਚ ਭੱਜ ਜਾਣਾ। ਤੇ ਜਿੰਨਾ ਚਿਰ ਤੱਕ ਕੋਈ ਉਸ ਪ੍ਰੇਮ ਰਸ, ਹੁਣ ਜਲੇਬੀ ਹੈ, ਉਹ ਕਿੰਨੇ ਵੀ ਦੁੱਖ ਸਾਰੇ, ਉਹ ਤਲੀ ਗਈ ਸਾੜੀ ਗਈ, ਪਰ ਜਿੰਨਾ ਚਿਰ ਤੱਕ ਖੰਡ ਦੀ ਚਾਸ਼ਨੀ 'ਚ ਡੁੱਬਦੀ ਨਹੀਂ, ਉਹਦੇ 'ਚ ਮਿਠਾਸ ਨਹੀਂ ਆਉਂਦੀ। ਕੋਈ ਜਪ ਤਪ ਕਿੰਨਾ ਵੀ ਔਖਾ ਹੋ ਕੇ ਸਾਧਦਾ ਰਹੇ, ਜਿੰਨਾ ਚਿਰ ਤੱਕ ਉਹਦੇ ਪ੍ਰੇਮ ਰਸ ਵਿੱਚ ਭਾਣੇ 'ਚ ਡੁੱਬਾ ਨਹੀਂ, ਉਹਦੇ ਜੀਵਨ 'ਚ ਉਹ ਰਸ ਆ ਹੀ ਨਹੀਂ ਸਕਦਾ, ਕਿਤਨਾ ਵੀ ਕੋਈ ਯਤਨ ਕਰ ਲੈ। ਤੋ ਰੱਬ ਦੇ ਪਿਆਰੇ ਬਿਲਕੁਲ ਰੱਤੇ ਰਹੇ। ਓਤ ਪੋਤ ਜਨ ਹਰ ਰਸ ਰਾਤੇ, ਓਤ ਪੋਤ ਹੋ ਗਏ, ਡੁੱਬ ਗਏ ਉਹਦੇ 'ਚ। ਸੁਨ ਸਮਾਦ ਨਾਮ ਰਸ ਮਾਤੇ। ਸੁਨ ਇੱਕ ਹੁੰਦਾ ਸੁਣ, ਸੁਣਨਾ, ਇਹ ਹੈ ਸੁਨ। ਸੁਨ ਦਾ ਅਰਥ ਹੈ ਸ਼ੂਨਿਆ। ਸੁਣ ਦਾ ਅਰਥ ਹੈ ਜਿੱਥੇ ਉਹਦੇ ਤੋਂ ਬਿਨਾਂ ਕੁਝ ਵੀ ਨਾ ਹੋਏ। ਗੁਰਮਤ ਵਿੱਚ ਜਿਹੜਾ ਸੁਣ ਦਾ ਸੰਕਲਪ ਹੈ, ਯੋਗ ਮਤ ਵਿੱਚ ਜਿਹੜਾ ਸੁਣ ਦਾ ਸੰਕਲਪ ਹੈ, ਕੁਝ ਵੀ ਨਹੀਂ, ਸ਼ੂਨਿਆ। ਵੈਸੇ ਬੋਧ ਮਤ ਤੋਂ ਇਹ ਸ਼ਬਦ ਆਇਆ ਸੁਣ। ਜਿੱਥੇ ਹੈ ਕੋਈ ਨਹੀਂ, ਨਿਰਵਾਣ, ਕੋਈ ਰੱਬ ਦਾ ਸੰਕਲਪ ਨਹੀਂ ਉੱਥੇ। ਗੁਰਮਤ ਵਿੱਚ ਸੁਣ ਦਾ ਅਰਥ ਹੈ ਜਿੱਥੇ ਉਹਦੇ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਕੁਝ ਵੀ ਨਹੀਂ ਹੈ। ਸੁਣ ਤੋ ਸੁਨ ਸਮਾਦ ਨਾਮ ਰਸ ਮਾਤੇ। ਸੁਨ ਸਮਾਦ, ਉਹ ਸੁਨ ਸਮਾਦ ਵਿੱਚ ਚਲੇ ਗਏ, ਉਹਨਾਂ ਦੇ ਅੱਖਾਂ ਦੀ ਸਮਾਧੀ ਬਣ ਗਈ, ਉਹ ਪੂਰਾ ਬੁਰਾ ਨਹੀਂ ਵੇਖਦੇ ਉਹ। ਕੰਨ ਸੁਨ ਸਮਾਧ ਵਿੱਚ ਚਲੇ ਗਏ, ਉਸਤਤ ਨਿੰਦਾ ਤੋਂ ਪਰੇ ਹੋ ਗਏ। ਜ਼ੁਬਾਨ ਸੁਨ ਸਮਾਧ ਵਿੱਚ ਚਲੇ ਗਈ, ਉੱਥੇ ਫਿੱਕਾ ਨਹੀਂ ਹੈ, ਵਿਅਰਥ ਨਹੀਂ ਹੈ, ਕੌੜਾ ਨਹੀਂ ਹੈ, ਝੂਠ ਨਹੀਂ ਹੈ। ਇਹ ਸੁਨ ਸਮਾਧ ਦੀ ਅਵਸਥਾ ਹੈ ਜਿਹੜੀ ਗੁਰਮਤਿ ਨੇ ਸਾਨੂੰ ਬਖਸ਼ੀ ਹੈ। ਤੋ ਸੁਨ ਸਮਾਧ ਨਾਮ ਰਸ ਮਾਤੇ, ਸਮਾਧੀ ਬਣ ਗਈ। ਸਮਾਧੀ ਉੱਥੇ ਹੁੰਦੀ ਜਿੱਥੇ ਕੋਈ ਹਰਕਤ ਨਹੀਂ ਰਹਿ ਜਾਂਦੀ, ਸਮਾਧ ਉਹਦੀ ਬਣਦੀ। ਸਮਾਧ ਬਣਦੀ ਹੈ ਮਰੇ ਦੀ, ਤੇ ਮਰਿਆ ਜਿਹੜਾ ਕੌਣ ਹੈ? ਜਿਹਦੇ 'ਚ ਹਰਕਤ ਨਹੀਂ ਹੈ, ਉੱਥੇ ਸਮਾਧੀ ਬਣੀ ਹੈ। ਤੋ ਸੁਨ ਸਮਾਧ ਜਿਹਦੇ ਜੀਵਨ 'ਚ ਹੰਕਾਰ ਦੀ, ਕੋਈ ਮੈਂ ਦੀ ਹਰਕਤ ਨਹੀਂ ਰਹੀ, ਉੱਥੇ ਰੱਬ ਦੇ ਨਾਮ ਦੀ ਬਰਕਤ ਵਰਦੀ ਹੈ, ਉੱਥੇ ਉਹਦੀ ਬਰਕਤ ਹੈ, ਉਹਦਾ ਹੀ ਸਭ ਕੁਝ ਵਰਤਾਰਾ ਵਰਦਾ ਹੈ। ਆਠ ਪਹਿਰ ਜਨ ਹਰ ਹਰ ਜਪੈ। 8 ਪਹਿਰ, 4 ਦਿਨ ਦੇ 4 ਰਾਤ ਦੇ, ਦਿਨ ਦੇ 4 ਪਹਿਰ। ਗੁਰਮਤ ਮੁਤਾਬਕ ਰਾਤ ਸ਼ੁਰੂ ਹੁੰਦੀ ਹੈ 6 ਵਜੇ ਤੋਂ, ਦਿਨ ਸ਼ੁਰੂ ਹੁੰਦਾ 6 ਵਜੇ ਤੋਂ। ਅਸੀਂ ਅੱਧੀ ਰਾਤ ਨੂੰ ਕਹਿ ਲਿਆ ਵੀ ਨਵਾਂ ਸਾਲ ਚੜ੍ਹ ਗਿਆ। ਜੇ ਗੁਰਮਤ ਠੀਕ ਹੈ, ਪਰ ਕੁਦਰਤ ਮੁਤਾਬਕ 8 ਪਹਿਰ, 4 ਦਿਨ ਦੇ 4 ਰਾਤ ਦੇ। ਰਾਤ ਦੇ ਜੇ 12 ਵਜੇ ਹੈ ਗੁਰਮਤ ਮੁਤਾਬਕ, ਉਹ 12 ਵਜੇ ਜਿਹੜਾ ਹੈ ਨਾ, ਉਹ ਤੀਸਰਾ ਪਹਿਰ ਸ਼ੁਰੂ ਹੁੰਦਾ। 6 ਤੋਂ 9 ਪਹਿਲਾ ਪਹਿਰ ਹੈ, 9 ਤੋਂ 12 ਦੂਜਾ ਪਹਿਰ ਹੈ, 12 ਤੋਂ 3 ਤੀਜਾ ਪਹਿਰ ਹੈ, 3 ਤੋਂ 6 ਚੌਥਾ ਪਹਿਰ, ਜਿਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਉਹ ਅੰਮ੍ਰਿਤ ਵੇਲਾ ਹੈ। ਸੋ 8 ਪਹਿਰ ਕਹਿਣ ਤੋਂ ਭਾਵ ਸਦਾ ਨਿਰੰਤਰ ਹਮੇਸ਼ਾ ਹੀ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਰੱਬ ਦਾ ਪਿਆਰਾ ਭਗਤ ਪ੍ਰਗਟ ਹੈ, ਉਹ ਛਿਪਦਾ ਨਹੀਂ। ਤੇ ਜੋ ਚੀਜ਼ ਹੁੰਦੀ ਹੈ ਨਾ ਜੀਵਨ 'ਚ, ਪ੍ਰਗਟ ਜ਼ਰੂਰ ਹੋ ਜਾਂਦੀ। ਬੰਦਾ ਲੁਕਾ ਭਾਵੇਂ ਜਿੰਨਾ ਮਰਜ਼ੀ ਲੈ ਉਸ ਚੀਜ਼ ਨੂੰ, ਭਾਵੇਂ ਮੇਰੇ ਵਰਗਾ ਬੋਲਾਂ ਦੇ ਥੱਲੇ ਜਿੰਨਾ ਮਰਜ਼ੀ ਕਪਟ ਲੁਕਾਉਂਦਾ ਰਹੇ, ਉਹ ਸਾਧ ਸੰਗਤ ਜੀ ਪ੍ਰਗਟ ਹੋ ਜਾਣਾ। ਸੱਚ ਜਾਣੇ ਬੜੇ ਬੜੇ ਵੱਡਿਆਂ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਰੱਬ ਦਾ ਪਿਆਰਾ ਪ੍ਰਗਟ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਪਈ। ਉਹਨੂੰ ਦੁਨੀਆ ਨੇ ਪ੍ਰਗਟ ਨਹੀਂ ਕੀਤਾ, ਉਹਨੂੰ ਰੱਬ ਨੇ ਪ੍ਰਗਟ ਕੀਤਾ। ਜਿਹਨੂੰ ਕਰਤਾ ਪ੍ਰਗਟ ਕਰਦਾ ਉਹਨੂੰ ਫਿਰ ਨਹੀਂ ਛਪੈ, ਉਹ ਛਿਪਦਾ ਨਹੀਂ ਹੈ।
ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਪ੍ਰਗਟ ਛਪਦਾ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਉਹ ਕੱਚੇ ਕੋਠੇ 'ਚ, ਪਰ ਪ੍ਰਗਟ ਜ਼ਰੂਰ ਹੋਏ ਨੇ। ਠੀਕ ਹੈ, ਉਹ ਸਤਿਗੁਰਾਂ ਨੇ ਜੁਗਤੀ ਦੱਸਣੀ ਸੀ ਵੀ ਸਿੱਖ ਨੂੰ ਭੁੱਲ ਨਾ ਜਾਏ ਕਦੇ ਗੁਰੂ ਦੀ ਪਛਾਣ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਮੈਂ ਕਹਿੰਦਾ ਸਾਹਿਬ ਦੀ ਉਮਰ ਬਹੁਤ ਛੋਟੀ, ਸਾਡੀ ਪ੍ਰੀਖਿਆ ਬਹੁਤ ਵੱਡੀ ਲੈ ਕੇ ਗਏ। ਉਮਰ ਬਹੁਤ ਛੋਟੀ ਸਰ, ਨਹੀਂ ਤੇ ਅੱਜ ਤੋਂ ਪਹਿਲਾਂ ਜਿੰਨੇ ਵੀ ਗੁਰੂ ਪਾਤਸ਼ਾਹ ਹੋਏ ਨੇ, ਆਪਣੇ ਜੋਤੀ ਜੋ ਸਮਾਉਣ ਤੋਂ ਪਹਿਲੋਂ ਦੱਸ ਕੇ ਗਏ ਨੇ ਸੰਗਤ ਇਕੱਠੀ ਕਰਕੇ, ਸੰਗਤ ਜੀ ਆਹ ਗੁਰੂ ਹੋਣਗੇ, ਇਹਨਾਂ ਨੂੰ ਤੁਸੀਂ ਹੁਣ ਗੁਰੂ ਜਾਣਨਾ ਹੈ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਕੱਲਾ ਇਸ਼ਾਰਾ ਕਰਕੇ ਗਏ ਸਨ, ਬਾਬਾ ਬਸੇ ਗ੍ਰਾਮ ਬਕਾਲੇ, ਬਣ ਗੁਰੂ ਸਭ ਸੰਗਤ ਸੰਭਾਲੇ। ਉੱਥੇ ਫਿਰ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ, ਗੁਰੂ ਸਤਿਗੁਰੂ ਪ੍ਰਗਟ ਹੋਏ, ਗੁਰਲਾਧੋ ਰੇ ਗੁਰਲਾਧੋ ਰੇ, ਗੁਰੂ ਪ੍ਰਗਟ ਹੋਏ। ਤੋ ਜੋ ਸੱਚ ਹੈ, ਹਕੀਕਤ ਹੈ, ਉਹ ਪ੍ਰਗਟ ਭਾਵੇਂ ਕੂੜ ਦਾ ਜਿੰਨਾ ਮਰਜ਼ੀ ਬੋਲ ਬਾਲਾ ਹੋਏ, ਬਿੰਨੀਆਂ ਵੀ ਮੰਜੀਆਂ ਲੱਗੀਆਂ ਹੋਣ, ਪਰ ਸੱਚ ਤੇ ਪ੍ਰਗਟ, ਗੁਰੂ ਤੇ ਪ੍ਰਗਟ, ਪ੍ਰਗਟ ਹੀ ਹੈ। ਰੱਬ ਦਾ ਪਿਆਰਾ ਪ੍ਰਗਟ ਹੀ ਹੈ, ਉਹਨੂੰ ਕੋਈ ਢੱਕ, ਉਹਨੂੰ ਛਿਪਾ ਨਹੀਂ ਸਕਦਾ ਕਰਤੇ ਦੀ ਵਡਿਆਈ ਨੂੰ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ ਨੇ, ਦੱਸ ਦਿੱਤਾ ਭਾਈ ਇਹ ਸਤਿਗੁਰ ਹੈ, ਇਹ ਵਡਿਆਈਆਂ ਨੇ ਗੁਰੂ ਦੀਆਂ ਜਿਸ ਜੀਵਨ ਚੋਂ ਪ੍ਰਗਟ ਹੁੰਦੀਆਂ ਨੇ। ਤੋ ਹਰ ਕਾ ਭਗਤ ਪ੍ਰਗਟ ਤੇ ਵਿਸ਼ਰਾਮ ਲਾਵਾਂਗੇ। ਪ੍ਰਗਟ ਨਹੀਂ ਛਪੈ, ਨਹੀਂ ਤੇ ਪੜ੍ਹੀ ਜਾ ਰਹੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਪ੍ਰਗਟ ਨਹੀਂ ਛਪੈ, ਇਕੱਠਾ ਨਹੀਂ, ਪ੍ਰਗਟ ਨਹੀਂ ਛਪੈ, ਛਿਪਦਾ ਨਹੀਂ ਹੈ। ਹਰ ਕੀ ਭਗਤ ਮੁਕਤ ਬਹੁ ਕਰੇ, ਵਾਹਿਗੁਰੂ ਦੀ ਭਗਤੀ ਬੜਿਆਂ ਨੂੰ ਮੁਕਤ ਕਰ ਗਈ, ਜਪ ਤਪ ਨਹੀਂ ਮੁਕਤ ਕਰ ਸਕੇ ਨੇ। ਅਗਲੀ ਅਸ਼ਟਪਦੀ ਸਤਿਗੁਰ ਨੇ ਇਸੇ ਵਿਚਾਰ ਨੂੰ ਅੱਗੇ ਤੋਰਨਾ। ਹੱਠ ਵਾਲੇ ਨਹੀਂ ਮੁਕਤ, ਉਹ ਆਪਣਾ ਨਹੀਂ ਭਲਾ ਕਰ ਸਕੇ, ਜੋਗੀ ਆਪਣਾ ਹੀ ਨਹੀਂ ਭਲਾ ਕਰ ਸਕਿਆ, ਦੂਜੇ ਦਾ ਕੀ, ਉਹਦੀਆਂ ਤੇ ਆਪਣੀਆਂ ਰੋਟੀਆਂ ਨਹੀਂ ਪੂਰੀਆਂ ਹੋਈਆਂ। ਜੋਗੀ ਦੇ ਤੇ ਆਪਣੇ ਖੱਪਰ ਨਹੀਂ ਭਰੇ, ਦੁਨੀਆ ਨੂੰ ਕੀ ਦੇਵੇਗਾ ਉਹ ਤੇ ਆਪ ਮੰਗਦਾ ਰਹੇ। ਰੱਬ ਦੀ ਭਗਤੀ ਦਾ ਪਿਆਰਾ ਸੇਵਕ, ਉਹ ਕਰਦਾ ਰਿਹਾ ਸੇਵਾ, ਥੋੜੇ ਚੋਂ ਥੇੜਾ ਵੀ ਮਾਨਵਤਾ ਦਾ ਭਲਾ ਮਾਨਵਤਾ ਦੇ ਵਿੱਚ ਰਹਿ ਕੇ ਕੀਤਾ ਭਗਤਾਂ ਗੁਰਸਿੱਖਾਂ ਰੱਬ ਦੇ ਪਿਆਰਿਆਂ ਨੇ। ਕਿਉਂਕਿ ਉਹਨਾਂ ਕੋਲ ਨਾਮ ਦੀ ਐਸੀ ਜੁਗਤੀ ਹੈ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਹਦੇ ਕਰਕੇ ਸਭ ਕੁਝ ਦੇ ਵਿੱਚ ਹੀ ਮੁਕਤੀ ਮਿਲਦੀ ਹੈ। ਤੇ ਸਾਰਿਆਂ ਨੂੰ ਜਿਹੜੇ ਜਿਹੜੇ ਭਗਤ ਜਨ ਰੱਬ ਦੇ ਪਿਆਰੇ ਮੁਕਤ ਹੋਏ, ਉਹ ਭਗਤੀ ਦੀ ਜੁਗਤੀ ਕਰਕੇ ਉਹਨਾਂ ਨੂੰ ਮੁਕਤੀ ਮਿਲੀ ਹੈ। ਨਾਨਕ ਜਨ ਸੰਗ ਕੇਤੇ ਤਰੇ, ਨਾਨਕ ਜਨ ਸੰਗ ਰੱਬ ਦੇ ਪਿਆਰੇ ਦੇ ਨਾਲ ਕਿੰਨੇ ਤਰ ਗਏ। ਆਪਣਾ ਹੀ ਨਹੀਂ, ਹੋਰਾਂ ਦਾ ਵੀ ਭਲਾ ਕਰਦਾ। ਸਰਕਾਰ ਦੀ ਕੋਈ ਛੋਟੀ ਜੀ ਪਦਵੀ ਤੇ ਬਹਿ ਜਾਏ, ਆਪਣੇ ਪਰਿਵਾਰ ਬੱਚੇ ਕੁਟੁੰਬ ਦਾ ਭਲਾ ਕਰ ਦਿੰਦਾ। ਕੋਈ MP ਬਣ ਗਿਆ, ਮੰਨ ਲਓ, ਮੈਂ ਕਹਿੰਦਾ ਕੋਈ MC ਬਣ ਜਾਏ, ਉਹ ਵੀ ਵੇਖਿਓ ਉਹਦੀ ਕੋਠੀ ਦੀ ਚਾਰ ਦੀਵਾਰੀ ਵੱਡੀ ਹੋ ਜਾਂਦੀ ਹੈ। ਕੋਈ ਛੋਟੀ ਜੀ ਪਦਵੀ ਮਿਲ ਜਾਏ, ਰਿਸ਼ਤੇਦਾਰਾਂ ਦਾ ਭਲਾ ਕਰ ਦਿੰਦਾ ਹੈ ਬੰਦਾ। ਉਹਨੂੰ ਹੀ ਲਵਾਤਾ, ਉਹਦੀ ਸਿਫਾਰਿਸ਼ ਵੀ ਕਰਤੀ, ਭਾਈ ਰੱਖ ਲਿਓ। ਜੇ ਸੰਸਾਰ ਦੀ ਪਦਵੀ ਇੰਨਾ ਕਰ ਸਕਦੀ ਹੈ, ਜਿਹਦੇ ਕੋਲ ਨਿਰੰਕਾਰ ਦੀ ਪਦਵੀ, ਉਹ ਕਿਉਂ ਨਹੀਂ ਭਲਾ ਕਰੇਗਾ। ਤਾਂ ਹੀ ਤੇ ਸਾਹਿਬ ਨੇ ਕਿਹਾ, ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਹੋਰ ਪਤਾ ਨਹੀਂ ਕਿੰਨੇ ਕੁ ਪਾਰ ਲੰਘ ਜਾਂਦੇ ਨੇ। ਨਾਨਕ ਜਨ ਸੰਗ ਕੇਤੇ ਤਰੇ। ਅੱਗੇ ਸਾਹਿਬ ਆਖਦੇ ਨੇ, ਪਾਰ ਜਾਤ ਇਹ ਹਰ ਕੋ ਨਾਮ। ਪਾਰ ਜਾਤ ਤੇ ਕਾਮ ਤੇ ਨੇ, ਦੋਨੋਂ ਸ਼ਬਦ ਨੇ। ਵੈਸੇ ਇਹ ਪੁਰਾਤਨ ਸਾਖੀ ਮੁਤਾਬਕ ਜਦੋਂ ਸਮੁੰਦਰ ਮੰਥਨ ਹੋਇਆ, ਇਹ ਸਮੁੰਦਰ ਮੰਥਨ ਵਿੱਚੋਂ ਪੈਦਾ ਹੋਏ ਸਨ, ਜੋ ਪੁਰਾਤਨ ਸਾਖੀ ਹੈ। ਪਰ ਗੁਰਮਤ ਮੰਨਦੀ ਹੈ ਵੀ ਵਾਹਿਗੁਰੂ ਦਾ ਨਾਮ ਹੀ ਪਾਰਜਾਤ। ਪਾਰਜਾਤ ਉਹ ਰੁੱਖ ਜਿਹੜਾ ਇੰਦਰ ਦੇ ਬਾਗ ਦੇ ਵਿੱਚੋਂ ਰੁੱਖ ਹੈ, ਜਿਹਨੂੰ ਕ੍ਰਿਸ਼ਨ ਲੈ ਕੇ ਆਇਆ ਸੀ। ਪਾਰਜਾਤ ਗੋਪੀ ਲਿਆਇਆ ਬਿੰਦਰਾ ਬਨ ਮੈਂ ਰੰਗ ਕੀ। ਉਹ ਪੁਰਾਣੇ ਦ੍ਰਿਸ਼ਟਾਂਤ ਬਾਣੀ 'ਚ ਦਿੱਤੇ ਨੇ ਸਾਨੂੰ ਕੁਝ ਉਪਦੇਸ਼ ਕਰਨ ਵਾਸਤੇ। ਤੋ ਸਾਹਿਬ ਕਹਿੰਦੇ, ਪਾਰ ਜਾਤ ਹਰ ਕੋ ਨਾਮ,
ਉਹ ਰੁੱਖ ਸਵਰਗ ਦਾ ਮੰਨਿਆ ਜਾਂਦਾ ਹੈ ਜਿਹੜਾ ਸਾਡੇ ਡਿਜ਼ਾਇਰ, ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਤੇ ਵਾਹਿਗੁਰੂ ਦਾ ਨਾਮ ਹੀ ਹੈ ਪਾਰਜਾਤ, ਜਿਹਦੇ ਚੋਂ ਸਾਰੀ ਇੱਛਾ ਪੂਰੀ, ਭਾਵ ਉਹਨੂੰ ਕੋਈ ਹੋਰ ਇੱਛਾ ਰਹਿੰਦੀ ਨਹੀਂ। ਜਾਂ ਰੱਬ ਦੇ ਨਾਮ ਦੇ ਵਿੱਚ ਰੰਗੇ ਹੋਏ ਪਿਆਰੇ ਦੇ ਅੰਦਰ ਜਿਹੜੀਆਂ ਵੀ ਸ਼ੁਭ ਪਰਮਾਰਥ ਦੀਆਂ ਇੱਛਾਵਾਂ ਪੂਰੀਆਂ ਹੋਈਆਂ, ਨਾਲ ਦੀ ਨਾਲ ਪੂਰੀਆਂ ਹੋ ਜਾਂਦੀਆਂ ਨੇ। ਜਿਹੜੀ ਵੀ ਪੈਦਾ ਹੋਈ ਉਹਦੇ ਸ਼ੁਭ ਸੰਕਲਪ ਨੇ ਰੱਬ ਦੇ ਪਿਆਰੇ ਦੇ, ਉਹ ਪੂਰੇ ਹੋ ਗਏ। ਕਿਹਦੇ ਕਰਕੇ? ਨਾਮ ਕਰਕੇ। ਕਾਮ ਧੇਨ ਹਰ ਹਰ ਗੁਣ ਗਾਮ, ਵੈ ਕਾਮ ਧੇਨ ਗਊ, ਇਹ ਵੀ ਮੰਨੀ ਜਾਂਦੀ ਹੈ ਜਿਹਦੇ ਕੋਲੋਂ ਜੋ ਮੰਗੇ ਮਿਲ ਜਾਂਦਾ ਹੈ। ਤੋ ਵਾਹਿਗੁਰੂ ਦਾ ਨਾਮ ਹੀ ਕਾਮ ਧੇਨ ਗਊ ਹੈ। ਪਾਰਜਾਤ ਰੁੱਖ ਹੈ, ਤੇ ਪਾਰਜਾਤ ਦੇ ਤੱਤੇ ਨੂੰ ਔਂਕੜ ਹੈ, ਕਾਮ ਧੇਨ ਦੇ ਨੰਨੇ ਨੂੰ ਔਂਕੜ ਨਹੀਂ ਆਈ, ਕਿਉਂਕਿ ਪਾਰਜਾਤ ਪੁਰਸ਼ਵਾਚਕ ਹੈ, ਕਾਮ ਧੇਨ ਇਸਤਰੀਵਾਚਕ ਹੈ। ਬਾਣੀ ਜਿੱਥੇ ਵੀ ਪੁਰਸ਼ਵਾਚਕ ਨੌਨ ਇੱਕ ਵਚਨ ਹੋਏਗਾ ਔਂਕੜ ਆਏਗੀ, ਇਸਤਰੀਵਾਚਕ ਹੋਏਗਾ ਉੱਥੇ ਔਂਕੜ ਲੈ ਜਾਂਦੀ। ਖੈਰ, ਪਾਰਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਵਾਹਿਗੁਰੂ ਦੇ ਗੁਣ ਗਾਏ, ਸਮਝ ਲਓ ਕਿਸੇ ਨੇ ਘਰ 'ਚ ਕਾਮ ਧੇਨ ਗਊ ਬਣ ਲਈ ਹੈ। ਵਾਹਿਗੁਰੂ ਦੇ ਨਾਮ ਨਾਲ ਜੁੜਿਆ, ਸਮਝ ਲਓ ਪਾਰਜਾਤ ਰੁੱਖ ਦਾ ਮਾਲਕ ਬਣ ਗਿਆ। ਉਹਨੂੰ ਹੋਰ ਕੁਝ ਭੁੱਖ ਹੁਣ ਰਹਿ ਨਹੀਂ ਜਾਣੀ। ਸਭ ਤੇ ਉੱਤਮ ਹਰ ਕੀ ਕਥਾ, ਰੱਬ ਦੀ ਜਿਹੜੀ ਕਥਾ ਹੈ ਸਭ ਤੋਂ ਉੱਤਮ। ਰੱਬ ਦੀ ਕਥਾ ਕੀ ਹੈ? ਉਹਦੀ ਸਿਫਤ ਸਲਾਹ ਕਰਨਾ। ਉਹ ਕਿਸੇ ਵੀ ਰੂਪ ਦੇ ਅੰਦਰ ਕਰਦੀ ਅਸੀਂ। ਅਕਥ ਕੀ ਹੈ? ਅਕਾਲ ਪੁਰਖ। ਅਕਥ ਦੀ ਕਥਾ ਅਕਾਲ ਪੁਰਖ ਦੀ ਸਿਫਤੋ ਸਲਾਹ। ਅਕਥ ਵਾਹਿਗੁਰੂ ਅਕਾਲ ਪੁਰਖ ਦਾ ਕਰਮ ਨਾਮ ਹੈ। ਤੋ ਸਭ ਤੋਂ ਉੱਤਮ ਹੈ ਅਕਾਲ ਪੁਰਖ ਦੀ ਕਥਾ, ਉਹਦੀ ਸਿਫਤੋ ਸਲਾਹ ਕਰਨਾ। ਆਪਣੇ ਵਿਚਾਰ ਧਿਆਨ ਮੰਡਲ ਦੇ ਅੰਦਰ ਉਹਦੇ ਪਰਉਪਕਾਰ ਚੇਤੇ ਰੱਖਣੇ, ਉਹਦਾ ਅਹਿਸਾਸ ਬਣਾਈ ਰੱਖਣਾ। ਤੋ ਸਾਰੀਆਂ ਕਥਾਵਾਂ 'ਚੋਂ ਸਭ ਤੋਂ ਉੱਤਮ ਵਿਚਾਰ ਹੈ ਕਰਤੇ ਦੀ ਸਿਫਤ ਸਲਾਹ। ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋਂ ਨਾ ਸਗਲੀ ਛਾਰ। ਸਾਹਿਬ ਕਹਿੰਦੇ ਬਾਕੀ ਮੈਂ ਸਵਾਦ ਦੀ ਪੰਡ ਨਹੀਂ ਸਿਰ ਤੇ ਚੁੱਕਣੀ ਚਾਹੁੰਦਾ। ਛਾਰ ਦਾ ਅਰਥ ਹੈ ਵਿਅਰਥ। ਬਾਕੀ ਦਲੀਲਾਂ ਹੱਠ ਦੀਆਂ ਤਪ ਦੀਆਂ ਬੜੀਆਂ ਹੋਣਗੀਆਂ, ਪਰ ਮੇਰੇ ਵਾਸਤੇ ਸਭ ਤੋਂ ਉੱਤਮ ਗੁਰੂ ਕਾ ਸ਼ਬਦ ਹੈ। ਜਿਸ ਸ਼ਬਦ ਵਿਚਾਰ 'ਚੋਂ ਕਰਤੇ ਦੀ ਅਕਥ ਦੀ ਕਥਾ ਮੇਰੇ ਜੀਵਨ 'ਚ ਬਣੀ ਰਹਿੰਦੀ ਹੈ। ਨਾਮ ਸੁਨਤ ਦਰਦ ਦੁੱਖ ਲੱਥਾ, ਵਾਹਿਗੁਰੂ ਦਾ ਨਾਮ ਸੁਣ ਕੇ ਦਰਦ ਦੁੱਖ ਲੈ ਗਿਆ। ਸਤਿਗੁਰ ਕਹਿੰਦੇ ਉਹ ਫਿਰ ਰੱਬੀ ਰਜਾ ਨੂੰ ਵੀ ਕਬੂਲਦਾ ਹੈ। ਤੇ ਰੱਬੀ ਨਾਮ ਮਿਲਾਪ ਇੱਕ ਐਸੀ ਅਵਸਥਾ ਹੈ ਜਿੱਥੇ ਵੀ ਹਕੀਕਤ ਹੈ ਬੰਦਾ ਦੇਹ ਤੋਂ ਬਦੇਹ ਹੋ ਜਾਂਦਾ ਹੈ। ਕਿਉਂਕਿ ਜਦੋਂ ਸੁਰਤ ਸਾਡੀ ਦੇਹ ਨਾਲ ਜੁੜੀ ਰਹਿੰਦੀ ਹੈ ਨਾ, ਉਹ ਦਰਦ ਜ਼ਿਆਦਾ ਹੁੰਦਾ ਸਾਨੂੰ। ਉਹ ਡਾਕਟਰ ਕਿਸੇ ਬੱਚੇ ਨੂੰ ਟੀਕਾ ਲਾਉਂਦਾ, ਉਹ ਕਹਿੰਦਾ ਸਰੀਰ ਢਿੱਲਾ ਛੱਡ, ਨਹੀਂ ਤੇ ਦਰਦ ਜ਼ਿਆਦਾ ਹੋਏਗਾ ਤੈਨੂੰ। ਕਿਉਂਕਿ ਉਹਦਾ ਅਰਥ ਸੀ ਵੀ ਧਿਆਨ ਨਾ ਰੱਖ ਹੁਣ ਸਰੀਰ ਵੱਲ। ਤੋ ਜਿਨ੍ਹਾਂ ਨੇ ਧਿਆਨ ਨਾਮ ਵੱਲ ਰੱਖਿਆ, ਫਿਰ ਜਿਵੇਂ ਹੈ ਤੇ ਸਰੀਰ ਉਹੀ ਹੈ, ਡਾਕਟਰ ਚੀਰ ਫਾੜ ਕਰਦਾ ਹੈ, ਪਰ ਬੇਹੋਸ਼ੀ ਦਾ ਟੀਕਾ ਲਾਤਾ ਕਿਉਂਕਿ ਉਹਦੀ ਸੁਰਤ ਹੁਣ ਸਰੀਰ ਤੋਂ ਤੋੜਤੀ। ਰੱਬ ਦੇ ਪਿਆਰੇ ਜਦੋਂ ਨਾਮ ਉਹਦੀ ਰਜਾ 'ਚ ਸੁਰਤ ਰੱਖਦੇ ਨੇ, ਫਿਰ ਉਹਨਾਂ ਨੂੰ ਦੁੱਖ ਦਰਦ ਬਹੁਤ ਉੱਚੀ ਅਵਸਥਾ ਹੋ ਗਈ ਉਹਨਾਂ ਦੀ, ਪੋਇਆ ਨਹੀਂ, ਲੱਥ ਗਿਆ। ਸਾਹਿਬ ਕਹਿੰਦੇ ਜੀਵਨ 'ਚ ਨਾਮ ਸੁਨਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿੱਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਨਾਮ ਦੀ ਮਹਿਮਾ ਰੱਬ ਦੇ ਪਿਆਰੇ ਸੰਤ ਦੇ ਹਿਰਦੇ 'ਚ ਵਸਦੀ ਹੈ। ਰਿੱਧ ਹਿਰਦਾ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਗੁਰੂ ਦੇ ਪ੍ਰਤਾਪ ਵਿੱਚੋਂ ਦੁਰਤ ਹੈ ਜਿਹੜਾ, ਭੈੜਾਪਨ ਹੈ ਜਿਹੜਾ, ਦੁਰਤ ਜਿੱਥੇ ਦੋ ਵਿੱਚ ਸੁਰਤ ਰੱਤੀ ਰਹਿੰਦੀ, ਦਵੈਤ ਵਿੱਚ ਨਸੈ, ਸਭ ਨਸੈ, ਸਾਰਾ ਜੀਵਨ 'ਚੋਂ ਨਸ ਗਿਆ, ਪਰੇ ਹੋ ਗਿਆ ਰੱਬ ਦੇ ਪਿਆਰੇ ਦੇ। ਸੰਤ ਕਾ ਸੰਗ ਵੱਡ ਭਾਗੀ ਪਾਈਐ, ਬਹੁਤ ਵੱਡੇ ਭਾਗਾਂ ਨਾਲ। ਬੜੀ ਵਾਰ ਮੈਂ ਬੇਨਤੀ ਕਰਦਾ, ਘਰ ਭਾਗਾਂ ਨਾਲ ਮਿਲਿਆ, ਧਨ ਭਾਗਾਂ ਨਾਲ ਮਿਲਿਆ, ਪਰਿਵਾਰ ਭਾਗਾਂ ਨਾਲ ਮਿਲਿਆ, ਸਰੀਰ ਵੀ ਭਾਗਾਂ ਨਾਲ ਮਿਲਿਆ, ਮਾਂ ਪਿਓ ਭਾਗਾਂ ਨਾਲ ਮਿਲੇ ਨੇ, ਗੁਰੂ ਵੱਡੇ ਭਾਗਾਂ ਨਾਲ ਮਿਲਦਾ। ਅੱਜ ਜਿੱਥੇ ਬੈਠੇ ਉਹਨਾਂ ਸੰਗਤ, ਇਹ ਵੱਡੇ ਭਾਗਾਂ ਨਾਲ ਮਿਲੀ। ਵੱਡ ਭਾਗੀ ਹਰ ਸੰਗਤ ਪਾਵੈ।
ਭਾਗਹੀਨ ਭਰਮ ਚੋਟਾਂ ਖਾਵੇ। ਸਾਹਿਬ ਕਹਿੰਦੇ ਸੰਤ ਕਾ ਸੰਗ ਵੱਡ ਭਾਗੀ ਪਾਈਏ। ਭਾਗਾਂ ਨਾਲ ਕਾਰ ਮਿਲੀ ਹੋਏਗੀ, ਕਿਸੇ ਨੂੰ ਖਲੋਤੀ ਹੈ, ਘਰ ਮਿਲਿਆ ਹੋਏਗਾ, ਸੁੱਤਾ ਹੋਏਗਾ, ਪਰਿਵਾਰ ਮਿਲਿਆ ਹੋਏਗਾ, ਵਿੱਚ ਬੈਠਾ ਹੋਏਗਾ। ਵੱਡੇ ਭਾਗਾਂ ਨਾਲ ਗੁਰੂ ਮਿਲਿਆ ਜਿੱਥੇ ਸੰਜੋਗ ਬਣੇ ਹੈ। ਤੋ ਸਾਹਿਬ ਆਖਦੇ ਨੇ ਵੱਡੇ ਭਾਗ ਹੋਣ। ਸੰਤ ਕਾ ਸੰਗ ਵੱਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ। ਆ ਗੁਰੂ ਦੀ ਸੇਵਾ, ਸੇਵਾ ਵਰਤੇ ਸੇਵਾ ਇਕੱਲਾ ਕਰਮ ਨਹੀਂ ਹੈ, ਕੋਈ ਕਿਰਿਆ ਨਹੀਂ ਹੈ ਇਕੱਲੀ ਸਿੱਖੀ ਦੇ ਅੰਦਰ। ਸੇਵਾ ਹੈ ਜਿਹੜੇ ਕਰਮ ਕਰਿਆ, ਜਿਸ ਆਰਾਧਨਾ ਕਰਿਆ, ਜੀਵਨ ਵਿੱਚ ਨਿਰਮਲਤਾ ਹੀ ਪ੍ਰਗਟ ਹੋ ਗਈ, ਬੜੀ ਵੱਡੀ ਪ੍ਰਾਪਤੀ ਹੋਈ। ਜੇ ਕਿਸੇ ਨੇ ਝਾੜੂ ਮਾਰਿਆ ਹੋਏ ਪਰ ਕੂੜਾ ਉੱਥੇ ਹੀ ਪਿਆ ਹੋਏ, ਫਿਰ ਇਹਦਾ ਅਰਥ ਹੈ ਮਾਰੇ ਨਾ ਮਾਰੇ ਦਾ ਕੋਈ ਫਰਕ ਨਹੀਂ। ਕਿਸੇ ਨੇ ਭਾਂਡੇ ਵੀ ਮਾਂਜੇ ਹੋਣ ਪਰ ਗੁਰੂ ਦੀ ਮੱਤ ਨਹੀਂ ਆਈ ਹੋਏ, ਫਿਰ ਮਾਂਜੇ ਨਾ ਮਾਂਜੇ ਦਾ ਕੋਈ ਫਰਕ ਨਹੀਂ ਰਹਿ ਜਾਣਾ। ਭਾਂਡੇ ਵੀ ਮਾਂਜੇ ਨੇ ਪਰ ਝੂਠ ਵੀ ਨਹੀਂ ਲਈ, ਕਿਰਿਆ ਕੀਤੀ ਹੈ, ਪਰ ਕੀਤੀ ਕਿਰਿਆ 'ਚ ਪ੍ਰਾਪਤੀ ਨਹੀਂ ਬਹੁਤੀ ਹੋਈ। ਸੋ ਸੇਵਾ ਸਿੱਖ ਦੀ ਹੈ ਗੁਰੂ ਦੀ ਮੱਤ ਆ ਜਾਏ। ਭਾਂਡੇ ਮਾਂਜੇ ਨੇ, ਮਨ ਦਾ ਭਾਂਡਾ ਵੀ ਸਾਫ਼ ਹੋ ਜਾਏ। ਸੇਵਾ ਕੀਤੀ, ਸਿਮਰਨ ਕੀਤਾ, ਮਨ ਦੀ ਮੈਲ ਵੀ ਲੈ ਜਾਏ। ਤੋ ਸੇਵਾ ਹਰੇਕ ਸਿੱਖ ਦਾ ਉਹ ਕਰਮ ਹੁੰਦਾ ਹੈ, ਮੈਨੂੰ ਗੁਰੂ ਸ਼ਬਦ ਦੀ, ਗੁਰੂ ਦੀ ਸਿੱਖਿਆ ਮਿਲ ਜਾਏ, ਗੁਰੂ ਦੀ ਦੀਖਿਆ ਮਿਲ ਜਾਏ, ਮੈਂ ਹੋਰ ਗੁਰੂ ਦੇ ਮਾਲਕ ਦੇ ਨੇੜੇ ਹੋ ਜਾਵਾਂ। ਤੇ ਸਭ ਤੋਂ ਉੱਤਮ ਦਾਤ ਹੈ ਜੀਵਨ ਦੇ ਅੰਦਰ। ਤੋ ਸਾਹਿਬ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ। ਮੈਂ ਕਹਿੰਦਾ ਲੰਗਰ ਸਾਰੇ ਨਹੀਂ ਦਾਨ ਕਰ ਸਕਦੇ, ਸਾਰੇ ਕਿੱਥੋਂ ਕਰਨੀ? ਜਿਹੜਾ ਦਿਹਾੜੀ ਕਰਦਾ 300 350 500 ਵਿਚਾਰਾ ਆਪ ਖਾਏ ਕਿ ਹੋਰਾਂ ਨੂੰ ਖਵਾਏ। ਲੰਗਰ ਨਹੀਂ ਸਾਰੇ ਲਾ ਸਕਦੇ। ਮੈਨੂੰ ਇਹ ਵੀ ਕਹਿਣਾ ਨਾਮਵਰ ਰਾਗੀ ਕਥਾ ਵਾਚਕਾਂ ਦੀ ਕਥਾ ਸਾਰੇ ਨਹੀਂ ਸੁਣ ਸਕਦੇ, ਕਿਹੜਾ ਬੁਲਾ ਲਏਗਾ ਘਰ 'ਚ? ਨਾਮਵਰ ਰਾਗੀਆਂ ਦਾ ਕੀਰਤਨ ਆਪ ਗਰੀਬ ਬੰਦਾ ਦਿਹਾੜੀਦਾਰ ਨਹੀਂ ਸੁਣ ਸਕਦਾ, ਕਿੱਥੋਂ ਸੁਣੇਗਾ? ਉਹਦਾ ਇੱਛਾ ਹੋਏ ਵੀ ਮੇਰੇ ਘਰ 'ਚ ਦਰਬਾਰ ਸਾਹਿਬ ਦਾ ਰਾਗੀ ਆਏ, ਪਰ 11,000 ਲਿਫਾਫੇ 'ਚ ਨਹੀਂ ਪੈਣਾ, ਕਿੱਥੋਂ ਸੁਣ ਲੇਗਾ? ਪਰ ਜਪਜੀ ਸਾਹਿਬ ਨਾਮ ਕੋਈ ਵੀ ਧਿਆ ਸਕਦਾ, ਨਾਮ ਤੇ ਜਪ ਹੀ ਸਕਦਾ। ਭਗਤ ਰਵਿਦਾਸ ਜੀ ਜਪਦੇ ਹੀ ਰਹੇ ਨੇ ਨਾਮ। ਠੀਕ ਹੈ, ਕੋਈ ਲੰਗਰ ਦਾ ਦਾਨ ਨਹੀਂ ਕਰ ਸਕਦਾ, ਵਸਤਰਾਂ ਦਾ ਦਾਨ ਨਹੀਂ ਕਰ ਸਕਦਾ, ਠੀਕ ਹੈ, ਕੋਈ ਨਾਮਵਰ ਰਾਗੀ ਦਾ ਕੀਰਤਨ ਨਾ ਘਰ 'ਚ ਕਰਾ ਸਕਦਾ, ਉਹ ਜਪਜੀ ਸਾਹਿਬ ਤੇ ਪੜ੍ਹ ਹੀ ਸਕਦਾ ਹੈ ਨਾ। ਗੁਰਦੁਆਰਾ ਸਾਹਿਬ ਪੋਥੀ ਲੈ ਜਾਓ, ਸਵੇਰੇ ਉੱਠ ਕੇ ਮੂਲ ਮੰਤਰ, ਗੁਰਮੰਤਰ, ਨਾਮ ਦਾ ਦਾਨ ਤੇ ਹਰੇਕ ਕੋਈ ਕਰ ਸਕਦਾ ਹੈ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਉਹ ਤੇ ਸਭ ਕਰ ਸਕਦਾ। ਉਹੀ ਤੇ ਭਗਤਾਂ ਨੇ ਕੀਤਾ, ਰੱਬ ਦੇ ਪਿਆਰੇ ਗੁਰਮੁਖ ਜਨਾਂ ਨੇ। ਤੇ ਜਿਹਦੇ ਤੋਂ ਸਤਿਗੁਰ ਕਹਿੰਦੇ ਉੱਤਮ ਹੋਰ ਕੋਈ ਦਾਤ ਨਹੀਂ ਹੈ, ਨਾਮ ਤੁਲ ਕਛ ਅਵਰ ਨਾ ਹੋਏ। ਤਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਮੈਂ ਸਿਰ 'ਚ ਤੇਲ ਲਾਵਾਂ ਕਿ ਦੀਵਿਆਂ ਜੋਤਾਂ 'ਚ ਬਾਲਾਂ, ਤਾਂ ਕਰਕੇ ਮੈਂ ਨਾਮ ਦੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ। ਭਇਓ ਜਿਆਰੋ ਸਗਲ ਭਵਨਾਰੇ। ਮੇਰੇ ਵਾਸਤੇ ਨਾਮ ਹੀ ਆਰਤੀ ਹੋ ਗਈ, ਨਾਮ ਹੀ ਚੰਦਨ ਹੋ ਗਿਆ, ਨਾਮ ਹੀ ਦੀਵਾ ਹੋ ਗਿਆ, ਨਾਮ ਹੀ ਫੁੱਲ ਹੋ ਗਿਆ, ਨਾਮ ਹੀ ਭੋਗ ਹੋ ਗਿਆ, ਨਾਮ ਹੀ ਲੰਗਰ, ਸਭ ਕੁਝ ਨਾਮ ਹੀ ਹੋ ਗਿਆ। ਤੋ ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਜਦੋਂ ਇਹ ਸ਼ਬਦ ਆਉਂਦੇ ਨੇ ਇੱਥੇ ਆ ਜਾਂਦਾ ਵੀ ਵਿਰਲੇ ਨੇ, ਸਾਰੇ ਨਹੀਂ ਭਾਗੀਦਾਰ ਬਣ ਸਕੇ। ਤੋ ਜਿਸ ਰੱਬ ਦੇ ਪਿਆਰੇ ਜਨ ਨੂੰ ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਹੋਇਆ, ਆਪਾ ਸਮਰਪਿਤ ਕੀਤਾ, ਨਾਨਕ